ਹੈਲੋ ਫਰੈਂਡਸ, ਮੈਂ ਤੁਹਾਡਾ ਆਪਣਾ ਵਰੁਣ VMP ਕਮਰਸ ਹਾਊਸ। ਅੱਜ ਆਪਾਂ ਪੜ੍ਹਾਂਗੇ ਅਸੈਸਮੈਂਟ ਆਫ ਕੰਪਨੀਜ਼। ਲੋਕਡਾਊਨ ਦੇ ਟਾਈਮ ਤੇ ਸਿੰਗਲ ਲੇਟਰਲ ਕਲਾਸ ਜਿਹੜੀ ਹੈਗੀ ਹੈ ਚਲਾ ਰਿਹਾ ਮੈਂ ਵਰੁਣ। ਬੱਚੇ, ਅਸੈਸਮੈਂਟ ਆਫ ਕੰਪਨੀਜ਼ ਦਾ ਮੀਨਿੰਗ ਹੈ ਕੰਪਨੀਜ਼ ਦੇ ਉੱਤੇ ਟੈਕਸ ਲਗਾਉਣ ਦਾ ਸਾਰਾ ਸਿਸਟਮ। ਦੇਖੋ ਬੱਚੇ, ਬਿਜ਼ਨਸ ਕਰਨ ਦਾ ਸਭ ਤੋਂ ਬੜਾ ਪਲੇਟਫਾਰਮ ਹੈ ਜਿਹੜਾ ਉਹ ਕੰਪਨੀ ਹੈ। ਛੋਟੇ ਲੈਵਲ ਤੇ ਬਿਜ਼ਨਸ ਕਰਨਾ ਹੈ ਤਾਂ ਅਸੀਂ ਇੱਕ ਸ਼ਾਪ ਖੋਲ੍ਹ ਸਕਦੇ ਹਾਂ, ਸੋਲ ਪ੍ਰੋਪਰਾਈਟਰਸ਼ਿਪ ਕਰ ਸਕਦੇ ਹਾਂ। ਲੇਕਿਨ ਬਹੁਤ ਬੜੇ ਲੈਵਲ ਤੇ ਬਿਜ਼ਨਸ ਕਰਨਾ ਹੈ ਤਾਂ ਪਬਲਿਕ ਕੰਪਨੀ ਓਪਨ ਕਰਨੀ ਪੈਂਦੀ ਹੈ। ਪ੍ਰਾਈਵੇਟ ਕੰਪਨੀ ਵੀ ਅਸੀਂ ਓਪਨ ਕਰ ਸਕਦੇ ਹਾਂ। ਕੰਪਨੀਜ਼ 'ਤੇ ਜਿਹੜਾ ਟੈਕਸ ਲੱਗਦਾ ਬੱਚੇ, ਉਸ ਨੂੰ ਅਸੀਂ ਬੋਲਦੇ ਹਾਂ ਕੋਰਪੋਰੇਟ ਟੈਕਸ, ਜਿਹੜਾ ਕਿ ਫਲੈਟ 30% ਰੇਟ ਨਾਲ ਚੱਲਦਾ ਹੈ। ਔਰ ਜੋ ਸੈਂਟਰਲ ਗੌਰਮੈਂਟ ਇਸ ਟੈਕਸ ਨੂੰ ਕਲੈਕਟ ਕਰਦੀ ਹੈ ਔਰ ਉਹ ਸਟੇਟ ਗੌਰਮੈਂਟ ਦੇ ਨਾਲ ਇਸ ਨੂੰ ਸ਼ੇਅਰ ਨਹੀਂ ਕਰਦੀ, ਬंटवारा ਨਹੀਂ ਕਰਦੀ, ਡਿਸਟਰੀਬਿਊਟ ਨਹੀਂ ਕਰਦੀ। ਕੁਝ ਇੰਪੋਰਟੈਂਟ ਡੈਫੀਨੇਸ਼ਨ ਦੇ ਵਿੱਚ ਅਸੀਂ ਪੜ੍ਹਿਆ ਵੀ ਹੋਇਆ ਪਹਿਲਾਂ ਵੀ ਕਿ ਇਨਕਮ ਟੈਕਸ ਦੀ ਅੱਖਾਂ ਦੇ ਵਿੱਚ ਪਰਸਨ ਦਾ ਜਿਹੜਾ ਮੀਨਿੰਗ ਹੈ ਉਹਦੇ ਵਿੱਚ ਇੰਡੀਵਿਜੂਅਲ, ਹਿੰਦੂ, ਅਨਡਿਵਾਈਡਡ ਫੈਮਿਲੀ, ਕੰਪਨੀ, ਫਰਮ, AOP, BOI, ਲੋਕਲ ਅਥਾਰਟੀ, ਹਰ ਇੱਕ ਬੰਦਾ ਇਨਕਲੂਡਡ ਹੁੰਦਾ ਹੈ। ਠੀਕ ਹੈ ਬੱਚੇ। ਤਾਂ ਕੰਪਨੀ ਦਾ ਮੀਨਿੰਗ ਕੀ ਹੈ? ਕੰਪਨੀ ਦਾ ਬੜਾ ਸਿੰਪਲ ਮੀਨਿੰਗ ਹੈ ਇੰਡੀਅਨ ਕੰਪਨੀਜ਼ ਐਕਟ 1956 ਜਾਂ ਕੰਪਨੀਜ਼ ਐਕਟ 2013 ਜਾਂ ਬੈਂਕਿੰਗ ਰੈਗੂਲੇਸ਼ਨ ਐਕਟ 1949 ਜਾਂ ਇਸੇ ਤਰ੍ਹਾਂ ਦੇ ਕਿਸੇ ਵੀ ਹੋਰ ਚੱਲ ਰਹੇ ਮੌਕੇ ਤੇ ਕੋਈ ਵੀ ਐਕਟ ਦੇ ਅਕੋਰਡਿੰਗ ਜਿਹੜੀ ਕੰਪਨੀ ਬਣੀ ਹੈ ਉਹ ਕੰਪਨੀ ਨੂੰ ਅਸੀਂ ਕੰਪਨੀ ਬੋਲਦੇ ਹਾਂ। ਤਾਂ ਕੰਪਨੀ ਮੇ ਬੀ ਇੰਡੀਅਨ ਕੰਪਨੀ। ਬੱਚੇ, ਜੇ ਇੰਡੀਅਨ ਕੰਪਨੀ ਦੀ ਅਸੀਂ ਗੱਲ ਕਰਾਂਗੇ ਤਾਂ ਇੰਡੀਅਨ ਕੰਪਨੀ ਜਿਹੜੀ ਇੰਡੀਆ ਦੇ ਵਿੱਚ ਕਿਸੇ ਕਾਨੂੰਨ ਜਾਂ ਲਾ ਦੇ ਤਹਿਤ ਰਜਿਸਟਰਡ ਹੋਈ ਹੋਈ ਹੈ। ਇਸ ਦੇ ਵਿੱਚ ਜੰਮੂ ਐਂਡ ਕਸ਼ਮੀਰ ਦੀ ਅਸੀਂ ਗੱਲ ਨਹੀਂ ਕਰਦੇ। ਬੱਚੇ, ਪੇਜ ਨੰਬਰ 4.155 ਹੈ। ਚੈਪਟਰ ਬਹੁਤ ਬਿਗ ਹੈ, ਇਸ ਕਰਕੇ ਜਿੰਨਾ ਮੈਂ ਬੋਲਦਾ ਇਹਨੂੰ ਲਿਸਨ ਕਰਨ ਤੋਂ ਬਾਅਦ ਆਪਣੀ ਬੁੱਕ ਦੇ ਵਿੱਚੋਂ ਇਹਨੂੰ ਰੀਡ ਕਰਨ ਦੀ ਕੋਸ਼ਿਸ਼ ਕਰ ਲੈਣੀ ਹੈ ਔਰ ਇਹਨੂੰ ਮੈਮੋਰਾਈਜ਼ ਰੱਖਣ ਦੀ ਕੋਸ਼ਿਸ਼ ਕਰਿਓ। ਠੀਕ ਹੈ, ਕੋਈ ਬੜੀ ਗੱਲ ਨਹੀਂ ਹੈਗੀ ਹੈ। ਨੰਬਰ 2 ਪੁਆਇੰਟ ਮੈਂ ਬੋਲ ਰਿਹਾ ਇੰਡੀਅਨ ਕੰਪਨੀ ਦੇ ਮੀਨਿੰਗ ਦੇ ਵਿੱਚੋਂ ਸੈਂਟਰਲ ਜਾਂ ਸਟੇਟ ਜਾਂ ਪ੍ਰਾਂਤੀय ਐਕਟ ਦੇ ਅੰਡਰ ਕੋਈ ਵੀ ਕੰਪਨੀ ਬਣੀ ਹੋਈ ਹੈ ਉਹਨੂੰ ਵੀ ਇੰਡੀਅਨ ਕੰਪਨੀ ਅਸੀਂ ਕਹਾਂਗੇ। ਕੋਈ ਐਸੀ ਸੰਸਥਾ ਜਾਂ ਕੋਈ ਐਸਾ ਇੰਸਟੀਟਿਊਸ਼ਨ ਜਿਹਨੂੰ CBDT ਬੋਰਡ ਨੇ ਡਿਕਲੇਅਰ ਕਰਤਾ, ਘੋਸ਼ਿਤ ਕਰਤਾ ਕਿ ਹੁਣ ਤੋਂ ਇਹ ਕੰਪਨੀ ਹੈ, ਚਾਹੇ ਉਹ ਕੰਪਨੀ ਰਜਿਸਟਰਡ ਨਹੀਂ ਸੀ, ਮਤਲਬ ਕੰਪਨੀ ਹੀ ਨਹੀਂ ਸੀ, ਲੇਕਿਨ ਕਿਸੇ ਸੰਸਥਾ ਨੂੰ, AOP ਨੂੰ ਜਦ ਕਹਿਤਾ ਬੋਰਡ ਨੇ ਕਿ ਤੂੰ ਕੰਪਨੀ ਹੈ, ਦੈਨ ਉਹ ਕੰਪਨੀ ਮੰਨੀ ਜਾਊਗੀ। ਜੰਮੂ ਐਂਡ ਕਸ਼ਮੀਰ ਜਾਂ ਕੋਈ ਵੀ ਹੋਰ ਏਰੀਆਜ਼ ਜਿੱਥੇ ਕੰਪਨੀ ਲਾ ਜਾਂ ਕੰਪਨੀ ਐਕਟ ਨਹੀਂ ਲੱਗਦਾ, ਉੱਥੇ ਜੋ ਵੀ ਐਕਟ ਲੱਗਦਾ ਉਸ ਐਕਟ ਦੇ ਅਕੋਰਡਿੰਗ ਜੋ ਵੀ ਕੰਪਨੀ ਉੱਥੇ ਬਣਦੀ ਹੈ ਉਸ ਕੰਪਨੀ ਨੂੰ ਵੀ ਅਸੀਂ ਇੰਡੀਅਨ ਕੰਪਨੀ ਕਹਾਂਗੇ। ਆਪਣੇ ਯੂਨੀਅਨ ਟੈਰੀਟੋਰੀਜ਼ ਨੇ ਬੱਚੇ ਦਾਦਰਾ ਨਗਰ ਹਵੇਲੀ, ਗੋਆ, ਦਮਨ, ਦਿਊ ਐਂਡ ਪੌਂਡੀਚੇਰੀ। ਇਸ ਏਰੀਆਜ਼ ਦੇ ਵਿੱਚ ਮੇਅਰ ਸਿਸਟਮ ਹੁੰਦਾ ਹੈ। ਇਸ ਏਰੀਆਜ਼ ਦੇ ਵਿੱਚ ਜੋ ਵੀ ਮੌਕੇ ਤੇ ਲਾ ਚੱਲ ਰਿਹਾ ਹੈ ਔਰ ਉਸ ਲਾਅ ਦੇ ਅਕੋਰਡਿੰਗ ਕੋਈ ਕੰਪਨੀ ਬਣ ਗਈ ਤਾਂ ਉਹ ਕੰਪਨੀ ਨੂੰ ਵੀ ਬੱਚੇ ਇੰਡੀਅਨ ਕੰਪਨੀ ਮੰਨਿਆ ਜਾਊਗਾ। ਠੀਕ ਹੈ ਬੱਚੇ, ਤਾਂ ਇੰਡੀਅਨ ਕੰਪਨੀ ਸਮਝ ਗਏ। ਉਸ ਤੋਂ ਬਾਅਦ ਮੈਂ ਸਮਝਾ ਰਿਹਾ ਤੁਹਾਨੂੰ ਕੰਪਨੀ ਜਿਹਦੇ ਵਿੱਚ ਪਬਲਿਕ ਸਬਸਟੈਂਸ਼ੀਅਲੀ ਇੰਟਰਸਟਡ ਹੁੰਦੀ ਹੈ। ਜਿਸ ਕੰਪਨੀ ਦੇ ਵਿੱਚ, ਮੈਂ ਤੁਹਾਨੂੰ ਸਿੱਧਾ ਸਿੱਧਾ ਸਮਝਾਉਣਾ, ਜਿਸ ਕੰਪਨੀ ਵਿੱਚ ਸੈਂਟਰਲ ਗੌਰਮੈਂਟ ਦਾ, ਸਟੇਟ ਗੌਰਮੈਂਟ ਦਾ ਜਾਂ ਰਿਜ਼ਰਵ ਬੈਂਕ ਆਫ ਇੰਡੀਆ ਦਾ ਪੈਸਾ ਲੱਗਿਆ ਹੋਵੇ ਉਹਨੂੰ ਪਬਲਿਕ ਕੰਪਨੀ ਕਹਿੰਦੇ ਆ। ਸਬਸਟੈਂਸ਼ੀਅਲੀ ਇੰਟਰਸਟਡ ਹੁੰਦੀ ਹੈ ਕਿਉਂਕਿ ਉਹਦੇ ਵਿੱਚ, ਜਾਂ ਫਿਰ ਉਹਨਾਂ ਕੰਪਨੀ, ਕੋਈ ਵੀ ਕੰਪਨੀ ਦੇ ਵਿੱਚ RBI ਦਾ ਜਾਂ ਸੈਂਟਰਲ ਗੌਰਮੈਂਟ ਦਾ ਜਾਂ ਸਟੇਟ ਗੌਰਮੈਂਟ ਦਾ, ਇਹਨਾਂ ਦਾ ਕੱਲਿਆਂ ਦਾ ਜਾਂ ਰਲ ਮਿਲ ਕੇ ਇਕੱਠੇ ਗਰੁੱਪ 'ਚ ਇਹਨਾਂ ਨੇ ਪੈਸਾ ਇਨਵੈਸਟ ਕੀਤਾ ਹੋਵੇ, ਘੱਟੋ ਘੱਟ 40% ਹਿੱਸਾ ਆਪਣਾ ਲਗਾਇਆ ਹੋਵੇ, ਤਾਂ ਉਸ ਨੂੰ ਵੀ ਅਸੀਂ ਪਬਲਿਕ ਕੰਪਨੀ ਜਾਂ ਸਬਸਟੈਂਸ਼ੀਅਲੀ ਇੰਟਰਸਟਡ ਕਹਿੰਦੇ ਹਾਂ। ਵੀ ਲੋਕਾਂ ਨੇ ਉਸ ਕੰਪਨੀ 'ਚ ਬਹੁਤ ਜ਼ਿਆਦਾ ਪੈਸਾ ਲਾਇਆ ਹੁੰਦਾ, ਪਬਲਿਕ ਦਾ ਪੈਸਾ ਬਹੁਤ ਜ਼ਿਆਦਾ ਲੱਗਿਆ ਹੁੰਦਾ, ਉਹਨੂੰ ਸਬਸਟੈਂਸ਼ੀਅਲੀ ਇੰਟਰਸਟਡ ਕੰਪਨੀ ਅਸੀਂ ਬੋਲਦੇ ਹਾਂ ਬੱਚੇ। ਜਿਸ ਕੰਪਨੀ ਨੂੰ ਅਸੀਂ ਅੰਡਰ ਸੈਕਸ਼ਨ 25 ਦੇ ਵਿੱਚ ਰਜਿਸਟਰ ਕਰਦੇ ਹਾਂ, ਕੋਈ ਕਮਰਸ ਨੂੰ, ਟ੍ਰੇਡ ਨੂੰ, ਕਲਚਰ ਨੂੰ, ਸਾਇੰਸ ਨੂੰ, ਮਤਲਬ ਪ੍ਰਮੋਟ ਕਰਨ ਲਈ, ਆਰਟਸ ਨੂੰ ਪ੍ਰਮੋਟ ਕਰਨ ਲਈ ਜਿਹੜੀ ਕੋਈ ਕੰਪਨੀ ਬਣੀ ਹੋਵੇ ਉਹ ਕੰਪਨੀ ਵੀ ਪਬਲਿਕ ਕੰਪਨੀ ਹੁੰਦੀ ਹੈ। ਬੱਚੇ, ਜਿਹਦੀ ਕੰਪਨੀ ਦੀ ਕੋਈ ਸ਼ੇਅਰ ਕੈਪੀਟਲ ਨਹੀਂ ਹੁੰਦੀ ਉਹ ਕੰਪਨੀ ਵੀ ਪਬਲਿਕ ਕੰਪਨੀ ਹੁੰਦੀ ਹੈ, ਜਿਹੜੀ 1 ਸਾਲ ਲਈ ਹੀ ਵੈਲਿਡ ਹੁੰਦੀ ਹੈ। ਬਾਕੀ ਜੇ 2 ਸਾਲ, ਜਿਵੇਂ ਵੀ ਕੰਪਨੀ ਦੇ ਵਿੱਚ ਬੋਰਡ ਨੇ ਡਿਕਲੇਅਰ ਕਰਤਾ ਵੀ ਇੰਨੇ ਸਾਲਾਂ ਲਈ ਇਹ ਬਿਨਾਂ ਸ਼ੇਅਰ ਕੈਪੀਟਲ ਤੋਂ ਕੰਪਨੀ ਰਹੂਗੀ, ਉਹ ਕੰਪਨੀ ਨੂੰ ਵੀ ਅਸੀਂ ਪਬਲਿਕ ਕੰਪਨੀ ਬੋਲਾਂਗੇ। ਮਿਊਚੁਅਲ ਬੈਨੀਫਿਟ ਫਾਈਨਾਂਸ ਕੰਪਨੀ, ਜਿਵੇਂ ਮਿਊਚੁਅਲ ਫੰਡ ਹੁੰਦੇ ਨੇ, ਇਸ ਤਰ੍ਹਾਂ ਦੀ ਜੇ ਕੋਈ ਕੰਪਨੀ ਹੈ ਬੱਚੇ ਤਾਂ ਉਹ ਕੰਪਨੀ ਵੀ ਪਬਲਿਕ ਕੰਪਨੀ ਮੰਨੀ ਜਾਊਗੀ। ਠੀਕ ਹੈ ਬੱਚੇ, ਲਿਸਟਡ ਕੰਪਨੀ ਨੂੰ ਵੀ ਪਬਲਿਕ ਕੰਪਨੀ ਮੰਨਾਂਗੇ। ਫਿਰ ਬੱਚੇ, ਜਿਹੜਾ ਕੁਛ ਮੈਂ ਛੱਡਤਾ, ਸਕਿਪ ਕਰਤਾ, ਤੁਸੀਂ ਵੀ ਸਕਿਪ ਕਰ ਦਿਓ, ਕੋਈ ਟੈਨਸ਼ਨ ਨਾ ਪਾਈ ਦਿਮਾਗ ਤੇ, ਕਿਉਂਕਿ ਬਹੁਤ ਜ਼ਿਆਦਾ ਡਾਟਾ ਹੈ ਮੇਰੇ ਕੋਲ। ਮੈਂ ਪੇਪਰ 'ਚ ਲਿਖਣ ਲੱਗੇ ਵੀ ਫਿਰ ਛੱਡੂੰਗਾ, ਕੀ ਫਾਇਦਾ ਐਵੇਂ। ਠੀਕ ਹੈ, ਕਿਉਂਕਿ ਮੈਨੇ 4 ਪੇਜ ਹੀ ਭਰਨੇ ਨੇ। ਵਾਈਡਲੀ ਹੈਲਡ ਕੰਪਨੀ ਪਬਲਿਕ ਕੰਪਨੀ ਨੂੰ ਕਹਿੰਦੇ ਨੇ ਬੱਚੇ, ਕਲੋਜ਼ਲੀ ਹੈਲਡ ਕੰਪਨੀ ਪ੍ਰਾਈਵੇਟ ਕੰਪਨੀ ਨੂੰ ਕਹਿੰਦੇ ਨੇ। ਡੋਮੈਸਟਿਕ ਕੰਪਨੀ ਬੱਚੇ ਕਹਿੰਦੇ ਨੇ ਉਹ ਕੰਪਨੀ ਜਿਹੜੀ ਘਰੇਲੂ ਕੰਪਨੀ ਹੁੰਦੀ ਹੈ।
ठीक है। तो डोमैस्टिक कंपनी मीनस कोई भी इंडियन कंपनी ਜਿਹੜੀ ਇੰਡੀਆ 'ਚ ਰਜਿਸਟਰਡ ਹੋਈ ਹੈ, ਇੰਡੀਆ ਦੇ ਵਿੱਚ ਹੀ ਆਪਣਾ ਕੰਮ ਕਰਦੀ ਹੈ, ਔਰ ਇੰਡੀਆ 'ਚ ਹੀ ਉਹਦੇ ਮੇਨ ਡਿਸੀਜ਼ਨ ਕੰਮ ਦੇ ਲਏ ਜਾਂਦੇ ਨੇ, ਔਰ ਇੰਡੀਆ ਦੇ ਵਿੱਚ ਹੀ ਉਹਨਾਂ ਦੀ ਬੋਰਡਸ ਦੀ ਮੀਟਿੰਗ ਵਗੈਰਾ ਹੁੰਦੀ ਹੈ। ਠੀਕ ਹੈ ਬੱਚੇ। ਔਰ ਉਹਦਾ ਪ੍ਰਿੰਸੀਪਲ ਪਲੇਸ ਆਫ ਬਿਜ਼ਨਸ ਹੈ ਜਿਹੜਾ ਉਹ ਇੰਡੀਆ ਹੀ ਹੈ। ਪ੍ਰਿੰਸੀਪਲ ਪਲੇਸ ਆਫ ਬਿਜ਼ਨਸ ਮਤਲਬ ਮੇਨ ਬਿਜ਼ਨਸ ਵਾਲੀ ਜਿਹੜੀ ਜਗ੍ਹਾ ਹੈ, ਔਰ ਮੀਟਿੰਗ ਵੀ ਇੱਥੇ ਹੀ ਕਰਦੇ ਨੇ ਉਹ ਜ਼ਿਆਦਾਤਰ ਬੈਠ ਕੇ। ਔਰ ਜੋ ਇਹ ਕੰਪਨੀਜ਼ ਡਿਵੀਡੈਂਡ ਘੋਸ਼ਿਤ ਕਰਦੀਆਂ ਨੇ ਉਹ ਇੰਡੀਆ ਵਿੱਚ ਹੀ ਦਿੱਤਾ ਜਾਂਦਾ ਹੈ ਇੰਡੀਆ ਦੇ ਸ਼ੇਅਰ ਹੋਲਡਰਸ ਨੂੰ। ਔਰ ਫੋਰਨ ਕੰਪਨੀ ਕਿਹੜੀ ਹੁੰਦੀ ਹੈ ਬੱਚੇ? 6 ਪੁਆਇੰਟ ਉਹ ਕੰਪਨੀ ਜਿਹੜੀ ਇਨਵੈਸਟਿਕ ਕੰਪਨੀ ਨਹੀਂ ਹੁੰਦੀ। ਇਨਵੈਸਟਮੈਂਟ ਕੰਪਨੀ ਕਿਹੜੀ ਹੁੰਦੀ ਹੈ? ਇਨਵੈਸਟਮੈਂਟ ਕੰਪਨੀ ਉਹ ਕੰਪਨੀ ਹੁੰਦੀ ਹੈ ਜਿਸ ਕੰਪਨੀ ਕੋਲ ਬਹੁਤ ਪੈਸਾ ਹੁੰਦਾ ਲੇਕਿਨ ਇਹ ਆਪਣੀ ਪ੍ਰੋਡਕਸ਼ਨ ਬਿਲਕੁਲ ਵੀ ਨਹੀਂ ਕਰਦੀ ਹੁੰਦੀ, ਆਪਣਾ ਕੋਈ ਪ੍ਰੋਸੈਸਿੰਗ ਪ੍ਰੋਡਕਸ਼ਨ ਦਾ ਕੰਮ ਨਹੀਂ ਹੁੰਦਾ, ਲੇਕਿਨ ਬਹੁਤ ਜ਼ਿਆਦਾ ਪੈਸਾ ਹੋਣ ਕਰਕੇ ਹੋਰਾਂ ਲੋਕਾਂ ਦੀਆਂ ਕੰਪਨੀਆਂ 'ਚ, ਹੋਰਾਂ ਲੋਕਾਂ ਦੀ ਪ੍ਰੋਪਰਟੀ 'ਚ ਪੈਸਾ ਇਨਵੈਸਟ ਕਰਦੇ ਨੇ। ਇਹਨਾਂ ਨੂੰ ਹਾਊਸ ਪ੍ਰੋਪਰਟੀ ਤੋਂ, ਕੈਪੀਟਲ ਗੇਨ ਤੋਂ ਜਾਂ ਹੋਰ ਇਨਕਮ ਫਰਮ ਅਦਰ ਸੋਰਸਿਸ ਤੋਂ ਇਨਕਮ ਹੋ ਜਾਂਦੀ ਹੁੰਦੀ ਹੈ। ਮਤਲਬ ਇੱਕ ਕੰਪਨੀ ਦੇ ਕੋਲ ਬਹੁਤ ਜ਼ਿਆਦਾ ਪੈਸਾ ਹੈ, ਉਹਨੇ ਜਾਂ ਤਾਂ ਆਪਣੇ ਘਰ ਖਰੀਦ ਲੈਣੇ ਨੇ, ਕਿਰਾਏ 'ਤੇ ਚਾੜ੍ਹ ਦੇਣੇ ਨੇ, ਉਹਨੂੰ ਕਿਰਾਇਆ ਆਈ ਜਾਣਾ ਹੈ, ਜਾਂ ਕੋਈ ਐਸੀ ਚੀਜ਼ ਖਰੀਦ ਲੈਣੀ ਹੈ, ਜ਼ਮੀਨ ਬਿਲਡਿੰਗ ਜਾਂ ਕੋਈ, ਜਿਹਨੂੰ ਵੇਚ ਕੇ ਸਾਲ 2 ਸਾਲ ਰੁਕ ਕੇ 5-4 ਮਹੀਨੇ, ਤੁਹਾਨੂੰ ਪਤਾ ਹੀ ਨਾ 50 ਲੱਖ ਦਾ ਕੋਈ ਆਪਾਂ ਨੇ ਬਿਲਡਿੰਗ ਖਰੀਦ ਲਈ, ਆਪਾਂ 4 ਮਹੀਨੇ ਰੁਕੇ ਉਹੀ 50 ਲੱਖ ਵਾਲੀ 70 ਲੱਖ ਦੀ ਵਿਕ ਗਈ। ਤਾਂ ਇਸ ਤਰ੍ਹਾਂ ਦਾ ਕੈਪੀਟਲ ਗੇਨ ਕਮਾ ਕੇ ਇਨਕਮ ਫਰਮ ਅਦਰ ਸੋਰਸਿਸ 'ਚ ਬੱਚੇ ਵਿਆਜ ਆ ਜਾਂਦਾ ਹੈ, ਡਿਵੀਡੈਂਡ ਆ ਜਾਂਦਾ ਹੈ, ਜਾਂ ਇਸੇ ਤਰ੍ਹਾਂ ਦੀ ਕੋਈ ਵੀ ਹੋਰ ਕਮਾਈ ਆ ਜਾਂਦੀ ਹੈ। ਤਾਂ ਉਹਨੂੰ ਅਸੀਂ ਇਨਵੈਸਟਮੈਂਟ ਕੰਪਨੀ ਕਹਿੰਦੇ ਆ, ਵੀ ਜਿਸ ਕੰਪਨੀ ਦਾ ਕੰਮ ਹੀ ਇਨਵੈਸਟਮੈਂਟ ਕਰਨ ਦਾ ਹੁੰਦਾ ਹੈ। ਓਕੇ ਬੱਚੇ। ਅੱਗੇ ਕਿਉਂਕਿ ਅਸੈਸਮੈਂਟ ਆਫ ਕੰਪਨੀ ਹੈ ਤਾਂ ਕੰਪਨੀ ਦੇ ਟਾਈਪ, ਨੇਮ ਸਭ ਕੁਝ ਪਤਾ ਹੋਣਾ ਚਾਹੀਦਾ ਹੈ। ਕੰਸਲਟੈਂਸੀ ਸਰਵਿਸ ਕੰਪਨੀ ਇੱਕ ਐਸੀ ਕੰਪਨੀ ਬੱਚੇ ਜਿਹੜੀ ਸੇਵਾਵਾਂ ਦਿੰਦੀ ਹੈ, ਕੰਸਲਟੇਸ਼ਨ ਦਿੰਦੀ ਹੈ, ਸਲਾਹ ਮਸ਼ਵਰਾ ਦਿੰਦੀ ਹੈ। ਸਰ ਕਿਸ ਗੱਲ ਦਾ ਸਲਾਹ ਮਸ਼ਵਰਾ ਦਊ? ਇਹ ਤਾਂ ਬੱਚੇ ਦੇਖੋ ਚੰਡੀਗੜ੍ਹ 'ਚ ਐਸੀ ਕੰਪਨੀ ਹੈ ਜਿਹੜੀ ਹੈਲਥ ਦੇ ਰਿਗਾਰਡਿੰਗ ਸਰਵਿਸਿਜ਼ ਦਿੰਦੀਆਂ। ਤੁਸੀਂ ਜਾਓਗੇ, ਆਪਣਾ ਡਾਈਟ ਚਾਰਟ ਬਣਵਾਓ, ਆਪਣੀ ਜੋ ਵੀ ਪ੍ਰੋਬਲਮ ਹੈ ਉਹਨਾਂ ਨੂੰ ਦੱਸੋ, ਜਾ ਕੇ ਤੁਹਾਡਾ ਹੱਲ ਕਰ ਦੇਣਗੇ, ਉਹ ਤੁਹਾਨੂੰ ਸਲਾਹ ਮਸ਼ਵਰਾ ਦੇਣਗੇ। ਸਲਾਹ ਮਸ਼ਵਰਾ ਬੱਚੇ ਸਾਈਕੋਲੋਜੀਕਲੀ ਵੀ ਹੁੰਦਾ ਹੈ, ਹੈਲਥ ਰਿਗਾਰਡਿੰਗ ਹੋ ਸਕਦਾ ਹੈ, ਕੋਈ ਕੰਪਨੀ ਨੂੰ ਫਿੱਟ ਕਰਨਾ ਹੈ, ਕੋਈ ਮਸ਼ੀਨਰੀ ਫਿੱਟ ਕਰਨੀ ਹੈ, ਕੋਈ ਮਸ਼ੀਨਰੀ ਚਲਾਉਣੀ ਹੈ, ਮਤਲਬ ਨੋ ਹਾਊ ਟੈਕਨੀਕਲ ਕੋਈ ਤੁਹਾਨੂੰ ਸਲਾਹ ਮਸ਼ਵਰਾ ਦੇਣ ਵਾਸਤੇ ਕੰਪਨੀ ਹੋ ਸਕਦੀ ਹੈ। ਇਸੇ ਤਰ੍ਹਾਂ ਦੀਆਂ ਜਿਹੜੀਆਂ ਕੰਪਨੀਆਂ ਸਰਵਿਸਿਜ਼ ਦਿੰਦੀਆਂ ਔਰ ਪੈਸੇ ਲੈਂਦੀਆਂ, ਜਿਵੇਂ ਮੈਂ ਤੁਹਾਨੂੰ ਦੱਸਦਾ ਟਾਟਾ ਕੰਸਲਟੈਂਸੀ ਸਰਵਿਸਿਜ਼, ਟਾਟਾ ਏਜੰਸੀ, ਮਤਲਬ ਬਹੁਤ ਜ਼ਿਆਦਾ ਐਸੀਆਂ ਕੰਪਨੀਆਂ ਨੇ ਮਾਰਕੀਟ ਤੁਸੀਂ ਲੱਭੋਗੇ ਜਿਨ੍ਹਾਂ ਦਾ ਕੰਮ ਬਸ ਜਸਟ ਸਰਵਿਸ ਦੇਣਾ ਹੁੰਦਾ ਹੈ। ਠੀਕ ਹੈ। ਜਦੋਂ ਇੰਡੀਆ ਦੇ ਵਿੱਚ ਕਹਿੰਦੇ ਕੋਈ ਬਾਹਰਲੀ ਕੰਪਨੀ ਇੰਡੀਆ ਜਾ ਕੇ ਲੱਗਦੀ ਹੈ, ਜਿਵੇਂ ਲਾਈਕ ਸ਼ੈਵਰਲੇ ਕੰਪਨੀ ਇੰਡੀਆ 'ਚ ਆਈ, ਤਾਂ ਕਿਸੇ ਕੰਪਨੀ ਨੇ ਉਹਨਾਂ ਨੂੰ ਸਲਾਹ ਦਿੱਤੀ ਹੈ ਇਹ ਏਰੀਆ ਠੀਕ ਰਹੂਗਾ, ਇਹ ਮਸ਼ੀਨਾਂ ਇੱਥੇ, ਮਤਲਬ ਗਾਈਡ ਕਰਨਾ ਜਾਂ ਸਲਾਹ ਦੇਣਾ, ਇਨਵੈਸਟਮੈਂਟ ਕਰਵਾਉਣਾ। ਮੰਨ ਲਓ ਮੇਰੇ ਕੋਲ 500 ਕਰੋੜ ਹੈ, ਮੈਂ ਇੰਡੀਆ ਦੇ ਕਿਸੇ ਬੈਂਕ ਨੂੰ ਜਾਂ ਕਿਸੇ ਸੰਸਥਾ ਨੂੰ, ਕੰਪਨੀ ਨੂੰ ਮਿਲੂੰਗਾ ਅਤੇ ਕਹੂੰਗਾ ਵੀ ਮੈਨੇ ਆਪਣੇ ਇੰਨੇ ਕਰੋੜ ਨਾਲ ਫਲਾਣਾ ਕੰਮ ਸ਼ੁਰੂ ਕਰਨਾ ਹੈ, ਮੈਨੂੰ ਸਲਾਹ ਦੇਵੋ, ਗਾਈਡ ਕਰੋ, ਜ਼ਮੀਨ ਕਿੱਥੇ ਖਰੀਦਾਂ, ਮਸ਼ੀਨਾਂ ਕਿੱਥੋਂ ਖਰੀਦਾਂ, ਲਾਵਾਂ ਕਿੱਥੇ, ਇਸ ਤਰ੍ਹਾਂ ਦੀਆਂ ਛੋਟੀਆਂ ਛੋਟੀਆਂ ਚੀਜ਼ਾਂ। ਕਿਉਂਕਿ ਹਰ ਚੀਜ਼ ਇੰਪੋਰਟ ਐਕਸਪੋਰਟ ਨਹੀਂ ਹੋ ਸਕਦੀ ਵੀ ਮੈਂ ਜਿਸ ਕੰਟਰੀ ਤੋਂ ਆਇਆ ਉੱਥੋਂ ਹੀ ਮੈਂ ਸਾਰਾ ਕੁਝ ਲੈ ਕੇ ਆਵਾਂ। ਬੱਚੇ ਟ੍ਰੇਡਿੰਗ ਕੰਪਨੀ ਦੇ ਨਾਮ ਤੇ ਪਤਾ ਚੱਲਦਾ ਹੈ ਜਿਹੜੀ ਆਪਣੀ ਪ੍ਰੋਡਕਸ਼ਨ ਨਹੀਂ ਕਰਦੀ, ਜਸਟ ਸਮਾਨ ਖਰੀਦਦੀ ਹੈ, ਸਮਾਨ ਵੇਚਦੀ ਹੈ। ਖਰੀਦ ਕੇ ਥੋੜਾ ਜਿਹਾ ਰੇਟ ਵਧਾ ਕੇ ਜਾਂ ਪੈਕਿੰਗ ਤੋੜ ਕੇ, ਮਤਲਬ ਪੈਕਿੰਗ ਛੋਟੀ ਕਰਕੇ ਜਾਂ ਪੈਕਿੰਗ ਬੜੀ ਕਰਕੇ ਸਮਾਨ ਵੇਚਦੀ ਹੈ। ਛੋਟੀ ਬੜੀ ਪੈਕਿੰਗ ਦਾ ਮਤਲਬ ਹੁੰਦਾ ਵੀ ਮੈਂ ਫੋਰ ਐਗਜ਼ਾਮਪਲ ਸ਼ਰਾਬ ਦੇ ਬੜੇ ਬੜੇ ਟੈਂਕ ਖਰੀਦ ਲਏ, ਬਾਅਦ ਚੋਂ ਮੈਂ ਬੋਤਲਾਂ 'ਚ ਭਰ ਭਰ ਕੇ ਵੇਚ ਦੂੰਗਾ ਉਹਨਾਂ ਨੂੰ, ਮੈਂ ਖਰੀਦੇ ਸੀ ਸਸਤੇ ਇਕੱਠੇ। ਤਾਂ ਇਸ ਤਰ੍ਹਾਂ ਦੀ ਸਿਚੁਏਸ਼ਨ ਨੂੰ ਅਸੀਂ ਟ੍ਰੇਡਿੰਗ ਕੰਪਨੀ, ਹੁਣ ਟ੍ਰੇਡਿੰਗ ਦੇ ਹਰ ਇੱਕ ਟ੍ਰੇਡਿੰਗ ਸ਼ੂਜ਼ ਦੀ ਵੀ ਹੋ ਸਕਦੀ ਹੈ, ਮੈਂ ਬਣੇ ਬਣਾਏ ਸ਼ੂਜ਼ ਲਿਆ ਤੇ ਵੇਚਤੇ, ਬਣਿਆ ਬਣਾਇਆ ਕੁਝ ਵੀ ਲਿਆ ਕੇ ਬਸ ਰੇਟ ਵਗੈਰਾ ਵਧਾ ਕੇ ਘਟਾ ਕੇ, ਜਿਵੇਂ ਵੀ ਹੈ ਆ ਨੋਰਮਲੀ ਆਪਣੇ ਜਿੰਨੇ ਵੀ ਕਰਿਆਨਾ ਸ਼ੋਪਸ ਨੇ ਟ੍ਰੇਡਿੰਗ ਹੀ ਹੁੰਦੀਆਂ ਨੇ, ਆਪ ਨਹੀਂ ਬਣਾਉਂਦੇ, ਨਾ ਦਾਲ ਨਾ ਨਾ ਇਹਨਾਂ ਕੋਲ ਕਿਸਾਨ, ਮਤਲਬ ਇਹ ਖੇਤਾਂ 'ਚ ਨਹੀਂ ਪੈਦਾ ਕਰਦੇ ਜਾਂ ਚੀਜ਼ਾਂ ਨੂੰ ਬਣਾਉਂਦੇ ਨਹੀਂ, ਬਣੀਆਂ ਬਣਾਈਆਂ ਚੀਜ਼ਾਂ ਫੈਕਟਰੀ 'ਚੋਂ ਲਿਆ ਕੇ ਬਸ ਉਹਨਾਂ ਦਾ ਰੇਟ ਵਧਾ ਕੇ ਵੇਚ ਦਿੰਦੇ ਨੇ, ਕਿਉਂਕਿ ਉਹਨਾਂ ਨੇ ਹੋਲਸੇਲ 'ਚ ਖਰੀਦਿਆ ਹੁੰਦਾ, ਰਿਟੇਲ 'ਚ ਥੋੜ੍ਹਾ ਜਿਹਾ ਰੇਟ ਜ਼ਿਆਦਾ ਹੁੰਦਾ, ਉਹੀ ਉਹਨਾਂ ਦੀ ਰੋਟੀ ਹੈ। ਇਹਨਾਂ ਨੂੰ ਅਸੀਂ ਟ੍ਰੇਡਿੰਗ ਕੰਪਨੀ ਬੋਲ ਦਿੰਦੇ ਹਾਂ। ਜਿੰਨੇ ਵੀ ਬੈਂਕ ਨੇ ਬੱਚੇ ਉਹਨਾਂ ਨੂੰ ਬੈਂਕਿੰਗ ਕੰਪਨੀ ਬੋਲਦੇ ਹਾਂ। ਠੀਕ ਹੈ। ਅਤੇ ਬੈਂਕਿੰਗ ਰੈਗੂਲੇਸ਼ਨ ਐਕਟ 1949 ਹੈ, ਉਹ ਮੈਂ ਤੁਹਾਨੂੰ ਦੱਸ ਦਿੱਤਾ ਸੀ। ਤਾਂ ਹਰ ਇੱਕ ਬੈਂਕ ਇੱਕ ਕੰਪਨੀ ਹੈ ਔਰ ਉਹਨਾਂ ਨੂੰ ਬੈਂਕਿੰਗ ਕੰਪਨੀ ਬੋਲ ਦਾਂਗੇ। ਠੀਕ ਹੈ। ਜੇ ਕਿਸੇ ਇੱਕ ਬੰਦੇ ਦਾ ਇੱਕ ਕੰਪਨੀ ਦੇ ਵਿੱਚ 20% ਤੋਂ ਜ਼ਿਆਦਾ ਹਿੱਸਾ ਹੋਵੇ ਇਕੁਇਟੀ ਸ਼ੇਅਰ ਦੇ ਵਿੱਚ, ਤਾਂ ਉਸ ਬੰਦੇ ਨੂੰ ਅਸੀਂ ਕਹਿੰਦੇ ਹਾਂ ਵੀ ਉਹ ਬੰਦੇ ਦਾ ਕੰਪਨੀ 'ਚ ਬਹੁਤ ਜ਼ਿਆਦਾ ਸ਼ੇਅਰ ਹੈ, ਤਾਂ ਉਹਨੂੰ ਅਸੀਂ ਕਹਾਂਗੇ ਸਬਸਟੈਂਸ਼ੀਅਲ ਸ਼ੇਅਰ ਹੈ ਜਾਂ ਸਬਸਟੈਂਸ਼ੀਅਲ ਇੰਟਰਸਟ ਹੈ ਕੰਪਨੀ 'ਚ। ਇੰਟਰਸਟ ਮਤਲਬ ਹਿੱਤ ਹੈ, ਉਹਦਾ ਹਿੱਸਾ ਹੈ। ਠੀਕ ਹੈ ਬੱਚੇ। ਤਾਂ ਅੱਗੇ ਇੱਕ
वर्ड टर्म है प्रिंसिपल ऑफिसर। बच्चे प्रिंसिपल ऑफिसर का मतलब है मौके ते जो भी बंदा किसी बिल्डिंग ਦਾ ਸ਼ਿਪ ਦਾ ਜਾਂ ਕਿਸੇ ਵੀ ਏਰੀਆ ਜਾਂ ਕਿਸੇ ਵੀ ਇੰਸਟੀਟਿਊਸ਼ਨ ਆਪਾਂ ਕਿਤੇ ਜਾਂਦੇ ਕੰਪਨੀ 'ਚ, ਉੱਥੇ ਜੋ ਵੀ ਬੰਦਾ ਮੇਨ ਹੁੰਦਾ ਉਹ ਸੈਕਟਰੀ ਹੋ ਸਕਦਾ, ਖਜ਼ਾਨਚੀ ਹੋ ਸਕਦਾ, ਮੈਨੇਜਰ ਹੋ ਸਕਦਾ ਜਾਂ ਕੰਪਨੀ ਦਾ ਬੱਚੇ ਏਜੰਟ ਹੋ ਸਕਦਾ ਜਾਂ ਕੋਈ ਵੀ ਹੋਰ ਬੰਦਾ ਜਿਹੜਾ ਮੈਨੇਜਮੈਂਟ ਦਾ ਐਡਮਿਨਿਸਟ੍ਰੇਸ਼ਨ ਦਾ ਬੰਦਾ, ਠੀਕ ਹੈ, ਹੋ ਸਕਦਾ ਹੈ। ਜਦੋਂ ਅਸੀਂ ਕਿਸੇ ਕੰਪਨੀ 'ਚ ਐਂਟਰ ਕਰਦੇ ਹਾਂ ਜਾਂ ਕੰਪਨੀ ਦੇ ਵਿੱਚ ਕੋਈ ਨੋਟਿਸ ਭੇਜਦੇ ਹਾਂ ਜਾਂ ਕੰਪਨੀ ਨਾਲ ਕੋਈ ਅਸੀਂ ਕਮਿਊਨੀਕੇਸ਼ਨ ਕਰਦੇ ਹਾਂ, ਤਾਂ ਜੋ ਵੀ ਬੰਦਾ ਆਪਣੇ ਆਪ ਨੂੰ ਕਹਿੰਦਾ ਹੈ ਕਿ ਮੈਂ ਮੇਨ ਆ, ਤਾਂ ਉਹ ਬੰਦੇ ਨੂੰ ਅਸੀਂ ਪ੍ਰਿੰਸੀਪਲ ਆਫਿਸਰ ਮੰਨ ਲਾਂਗੇ, ਚਾਹੇ ਉਹ ਮੇਨ ਹੈ ਚਾਹੇ ਨਹੀਂ ਹੈ। ਜਿਵੇਂ ਮੇਰੀ ਕੰਪਨੀ 'ਚ ਮੈਂ ਜਾਂਦਾ ਨਹੀਂ, ਬਾਹਰ ਹੀ ਰਹਿੰਦਾ ਨਾਰਮਲੀ, ਮੈਂ ਬੰਦਾ ਰੱਖਿਆ ਹੋਇਆ ਇੱਕ ਪਿੱਛੇ, ਤਾਂ ਕਿਸੇ ਵੀ ਕੰਮ ਲਈ ਉਹ ਜ਼ਿੰਮੇਵਾਰ ਹੁੰਦਾ ਬੰਦਾ, ਤਾਂ ਉਹਨੂੰ ਪ੍ਰਿੰਸੀਪਲ ਆਫਿਸਰ ਮੰਨਿਆ ਜਾਊਗਾ। ਤਾਂ ਪ੍ਰਿੰਸੀਪਲ ਆਫਿਸਰ ਸਮਝ ਗਏ ਬੱਚੇ। ਕੰਪਨੀ ਦਾ ਰੈਜ਼ੀਡੈਂਸ਼ੀਅਲ ਸਟੇਟਸ ਦੋ ਤਰ੍ਹਾਂ ਦਾ ਹੋ ਸਕਦਾ ਹੈ। ਜਿਹੜੇ ਬੱਚਿਆਂ ਨੇ 3rd ਸੈਮ 'ਚ ਪੜ੍ਹਿਆ ਉਹਨਾਂ ਨੂੰ ਤਾਂ ਬਹੁਤ ਅੱਛਾ ਪਤਾ ਹੈ। ਕੰਪਨੀ ਜਾਂ ਤਾਂ ਰੈਜ਼ੀਡੈਂਟ ਹੋ ਸਕਦੀ ਹੈ ਜਾਂ ਕੰਪਨੀ ਬੱਚੇ ਨੌਨ ਰੈਜ਼ੀਡੈਂਟ ਹੋਊਗੀ। ਜੇ ਕੰਪਨੀ ਰੈਜ਼ੀਡੈਂਟ ਹੋਊਗੀ ਮਤਲਬ ਇੰਡੀਆ ਦੀ ਨਿਵਾਸੀ ਹੋਊਗੀ, ਤਾਂ ਉਹਦੇ ਲਈ ਕੰਪਨੀ ਦਾ ਮਤਲਬ ਫੁੱਲ ਮਤਲਬ 100% ਕੰਟਰੋਲ ਇੰਡੀਆ ਦੇ ਵਿੱਚ ਹੋਣਾ ਚਾਹੀਦਾ। ਇੰਡੀਆ 'ਚ ਹੀ ਹਰ ਇੱਕ ਕੰਮ ਦੀ ਮੀਟਿੰਗ ਹੋਣੀ ਚਾਹੀਦੀ ਹੈ। ਇੰਡੀਆ ਤੋਂ ਬਾਹਰ ਨਹੀਂ ਕੁਝ ਵੀ ਹੋਣਾ ਚਾਹੀਦਾ। ਇੰਡੀਆ ਦੇ ਵਿੱਚ ਹੀ ਉਹਦਾ ਸਾਰਾ ਇਫੈਕਟਿਵ ਮੈਨੇਜਮੈਂਟ ਕੰਟਰੋਲ ਹੋਣਾ ਚਾਹੀਦਾ ਅਤੇ ਇੰਡੀਆ 'ਚ ਹੀ ਕੰਪਨੀ ਰਜਿਸਟਰ ਹੋਣੀ ਚਾਹੀਦੀ ਹੈ, ਤਾਂ ਉਹ ਰੈਜ਼ੀਡੈਂਟ ਕੰਪਨੀ ਮੰਨੀ ਜਾਊਗੀ। ਅਦਰਵਾਈਜ਼ ਬੱਚੇ ਉਹ ਜੇ ਨੋਨ ਰੈਜ਼ੀਡੈਂਟ ਕੰਪਨੀ ਮੰਨੀ ਜਾਊਗੀ। ਇੱਥੇ ਇਹਨਾਂ ਨੇ ਕਾਫੀ ਡਿਟੇਲ ਦਿੱਤੀ ਹੋਈ ਹੈ। ਹਾਲਾਂਕਿ 3rd ਸੈਮ ਦੇ ਵਿੱਚ ਅਸੀਂ ਇਹ ਸਾਰਾ ਕੁਝ ਪੜ੍ਹ ਚੁੱਕੇ। ਕੰਪਨੀ ਦੇ ਨਾਲ ਰਿਲੇਟਡ ਕੰਪਨੀ ਜਾਂ ਤਾਂ ਰੈਜ਼ੀਡੈਂਟ ਹੋਊਗੀ ਜਾਂ ਨੋਨ ਰੈਜ਼ੀਡੈਂਟ ਹੋਊਗੀ। ਬੱਚੇ ਨੂੰ ਜਦ ਪੜ੍ਹੋਗੇ ਤਾਂ ਜੋ ਗੱਲਾਂ ਮੈਂ ਤੁਹਾਨੂੰ ਦੱਸਤੀਆਂ ਇਹੀ ਨਿਕਲਣਗੀਆਂ। ਫੋਰ ਐਗਜ਼ਾਮਪਲ ਲਈ ਮੈਂ ਤੁਹਾਨੂੰ ਦੱਸ ਦਿੰਦਾ ਵੀ ਜੇ ਕੋਈ ਕੰਪਨੀ ਇੰਡੀਆ 'ਚ ਬਣੀ ਹੈ, ਇਨਕੋਰਪੋਰੇਟ ਹੋਈ ਹੈ, ਬਟ ਉਹਦਾ ਹੈੱਡ ਆਫਿਸ ਹੈ ਜਿਹੜਾ, ਠੀਕ ਹੈ, ਉਹ ਡੱਕਾ ਦੇ ਵਿੱਚ ਹੈ। ਡਾਕਾ DACCA, ਇਹ ਕੋਈ ਬੰਗਲਾਦੇਸ਼ ਦੇ ਵਿੱਚ ਹੈ ਬੱਚੇ। ਕੰਪਨੀ ਜਿਹੜੀ ਇਨਕੋਰਪੋਰੇਟ ਹੋਈ ਹੈ ਬੰਗਲਾਦੇਸ਼ 'ਚ, ਬਟ ਉਹਦਾ ਹੈੱਡ ਆਫਿਸ ਕੋਲਕਾਤਾ 'ਚ ਹੈ, ਠੀਕ ਹੈ। ਤਾਂ ਇਸ ਤਰ੍ਹਾਂ ਦੀ ਜਿਹੜੀਆਂ ਸਿਚੁਏਸ਼ਨ ਨੇ ਉਹ ਕੀ ਮੰਨੇ ਜਾਣਗੀਆਂ। ਹੁਣ ਬੱਚੇ ਜੇ ਕਾਰਪੋਰੇਟ ਬਣੀ ਇੰਡੀਆ 'ਚ ਹੈ, ਡਾਕਾ 'ਚ ਉਹਦਾ ਆਫਿਸ ਹੈ, ਤਾਂ ਉਹ ਇੰਡੀਅਨ ਕੰਪਨੀ ਨਹੀਂ ਮੰਨੀ ਜਾਣੀ, ਰੈਜ਼ੀਡੈਂਟ ਨਹੀਂ ਮੰਨੀ ਜਾਣੀ। ਹੁਣ ਜਿਹੜੀ ਬਣੀ ਹੋਈ ਬੰਗਲਾਦੇਸ਼ 'ਚ ਉਹਦਾ ਹੈੱਡ ਆਫਿਸ ਕੋਲਕਾਤਾ 'ਚ ਹੈ, ਉਹ ਵੀ ਰੈਜ਼ੀਡੈਂਟ ਕੰਪਨੀ ਨਹੀਂ ਮੰਨੀ ਜਾਣੀ, ਠੀਕ ਹੈ। ਕੰਪਨੀ ਨੂੰ ਰੈਜ਼ੀਡੈਂਟ ਤਾਂ ਮੰਨਿਆ ਜਾਊਗਾ ਇੰਡੀਅਨ ਕੰਪਨੀ ਹੋਵੇ, ਉਹਦਾ ਇਫੈਕਟਿਵ ਮੈਨੇਜਮੈਂਟ ਤੇ ਕੰਟਰੋਲ ਵੀ ਇੰਡੀਆ 'ਚ ਹੋਵੇ, ਮਤਲਬ ਉਹਦੇ ਹੈੱਡ ਮੇਨ ਬੰਦੇ ਆ ਜਿਹੜੇ, ਠੀਕ ਹੈ, ਬ੍ਰੇਨ ਐਡ ਕੰਪਨੀ ਦਾ ਉਹ ਇੰਡੀਆ 'ਚ ਹੋਵੇ, ਇੰਡੀਆ 'ਚ ਉਹਦੀ ਮੇਨ ਮੀਟਿੰਗਸ ਹੋਣ, ਓਕੇ ਬੱਚੇ। ਔਰ ਇਹਦੇ ਉਲਟ ਨੋਨ ਰੈਜ਼ੀਡੈਂਟ ਕੰਪਨੀ ਹੈ। ਜਿਹੜੀ ਰੈਜ਼ੀਡੈਂਟ ਕੰਪਨੀ ਹੈ, ਇੰਡੀਅਨ ਕੰਪਨੀ ਹੈ, ਉਹਦੀ ਕੋਈ ਮਰਜ਼ੀ ਇਨਕਮ ਹੋਵੇ, ਉਹਨੂੰ ਚਾਹੇ ਇੰਡੀਆ 'ਚ ਮਿਲੀ ਹੈ ਚਾਹੇ ਕਿੱਥੇ ਮਰਜ਼ੀ ਮਿਲੀ ਹੈ ਦੁਨੀਆ ਦੇ ਕਿਹੜੇ ਮਰਜ਼ੀ ਕੋਨੇ 'ਤੇ, ਠੀਕ ਹੈ, ਉਹਦੇ 'ਤੇ ਟੈਕਸ ਇੰਡੀਆ ਹੀ ਲਾਊਗਾ। ਚਾਹੇ ਇੰਡੀਆ 'ਚ ਅਕਰੂ ਹੋਈ ਹੈ ਚਾਹੇ ਬਾਹਰ ਅਕਰੂ ਹੋਈ ਹੈ, ਮੰਨੀ ਜਾਊਗੀ ਕਿ ਇੰਡੀਆ 'ਚ ਹੀ ਉਹਨੇ ਪੈਸੇ ਕਮਾਏ ਨੇ। ਔਰ ਜੇ ਕੋਈ ਇਨਕਮ ਬਾਹਰ ਵੀ ਮਿਲਦੀ ਹੈ ਇੰਡੀਅਨ ਕੰਪਨੀ ਨੂੰ, ਰੈਜ਼ੀਡੈਂਟ ਕੰਪਨੀ ਨੂੰ, ਤਾਂ ਵੀ ਇੰਡੀਆ ਹੀ ਉਹਦੇ 'ਤੇ ਟੈਕਸ ਲਗਾਊਗਾ। ਔਰ ਜੋ ਕੰਪਨੀ ਇੰਡੀਆ ਦੀ ਹੈ ਹੀ ਨਹੀਂ, ਜਿਹਨੂੰ ਅਸੀਂ ਨੋਨ ਰੈਜ਼ੀਡੈਂਟ ਕੰਪਨੀ ਬੋਲਦੇ ਹਾਂ, ਸਾਰਿਆਂ ਕੋਲ ਬੱਚੇ ਕੰਟਰੋਲ ਹੈਗਾ। ਸਪੀਡ ਘਟਾਣੀ, ਸਪੀਡ ਵਧਾਣੀ, MX ਪਲੇਅਰ ਯੂਜ਼ ਕਰੋ। ਜੇ ਤੁਹਾਨੂੰ ਲੱਗਦਾ ਹੈ ਮੇਰੀ ਸਪੀਡ ਤੇਜ਼ ਹੈ ਤਾਂ ਹੌਲੀ ਕਰ ਲਓ, ਹੌਲੀ ਲੱਗਦੀ ਹੈ ਤਾਂ ਤੇਜ਼ ਕਰ ਲਓ। MX ਪਲੇਅਰ ਦੇ ਵਿੱਚ 2 ਉਂਗਲੀਆਂ ਉੱਪਰ ਨੀਚੇ ਕਰਕੇ, ਸਭ ਨੂੰ ਪਤਾ ਸਪੀਡ ਮਾਈਕਰੋ ਲੈਵਲ 'ਤੇ ਸਪੀਡ ਤੇਜ਼ ਹੋ ਜਾਂਦੀ ਹੈ ਉਹਦੀ, ਠੀਕ ਹੈ, ਬਹੁਤ ਮਾਈਕਰੋ ਲੈਵਲ 'ਤੇ। MX ਪਲੇਅਰ 'ਚ ਪਲੇ ਕਰ ਲਿਓ। ਪੋਜ਼ ਲੈਣਾ ਉਹ ਸਭ ਨੂੰ ਪਤਾ ਹੀ ਹੈ। ਨੋਨ ਰੈਜ਼ੀਡੈਂਟ ਬੱਚੇ ਕੰਪਨੀ ਉਹ ਹੁੰਦੀ ਹੈ ਜਿਹੜੀ ਕੰਪਨੀ ਇੰਡੀਆ ਦੀ ਨਹੀਂ ਹੈ ਔਰ ਉਹਦੀ ਸਿਰਫ ਉਹੀ ਇਨਕਮ ਤੇ ਇੰਡੀਆ ਟੈਕਸ ਲਗਾਊਗਾ ਜੋ ਇਨਕਮ ਇੰਡੀਆ 'ਚ ਐਕਰੂ ਐਂਡ ਰਾਈਜ਼ ਹੋਈ ਹੈ ਜਾਂ ਇੰਡੀਆ 'ਚ ਮਿਲੀ ਹੈ, ਓਕੇ ਬੱਚੇ। ਜਿਹੜੀ ਇਨਕਮ ਇੰਡੀਆ ਤੋਂ ਬਾਹਰ ਮਿਲੀ ਹੈ ਨੋਨ ਰੈਜ਼ੀਡੈਂਟ ਕੰਪਨੀ ਨੂੰ, ਉਹਦੇ ਤੇ ਇੰਡੀਆ ਟੈਕਸ ਕਿਵੇਂ ਲਗਾ ਦੂਗਾ, ਓਕੇ ਬੱਚੇ। ਇਨਕਮ ਰਿਸੀਵਡ ਇਨ ਇੰਡੀਆ ਦਾ ਮਤਲਬ ਸਭ ਨੂੰ ਪਤਾ ਹੈ, ਠੀਕ ਹੈ। ਔਰ ਇਨਕਮ ਅਕਰੂ ਰਾਈਜ਼ ਇਨ ਇੰਡੀਆ ਦਾ ਮਤਲਬ ਪਤਾ ਹੈ, ਠੀਕ ਹੈ। ਕੁੱਲ ਮਿਲਾ ਕੇ ਟਾਈਪਸ ਆਫ ਇਨਕਮ ਨੂੰ ਜ਼ਿਆਦਾ ਸੀਰੀਅਸ ਲੈਣ ਦੀ ਜ਼ਰੂਰਤ ਨਹੀਂ। ਹਾਲਾਂਕਿ ਇਹ ਚੀਜ਼ ਆਪਾਂ ਪੜ੍ਹ ਚੁੱਕੇ 3rd ਸੈਮ ਦੇ ਵਿੱਚ, ਇੱਕ ਟੇਬਲ ਦੀ ਫਾਰਮ 'ਚ ਆਪਾਂ ਪੜ੍ਹਿਆ ਸੀ ਸਾਰਾ ਇਹ, ਪਰ ਉਰੇ ਬਹੁਤ ਲੈਂਦੀ ਟੌਪਿਕ ਲਿਖਿਆ ਹੈ ਜਿਵੇਂ ਟਾਈਪਸ ਆਫ ਇਨਕਮ ਦੇ ਵਿੱਚ। ਤਾਂ ਜਸਟ ਇੰਨਾ ਕੀ ਪਤਾ ਹੋਣਾ ਚਾਹੀਦਾ, ਇਨਕਮ ਰਿਸੀਵਡ ਇਨ ਇੰਡੀਆ ਮਤਲਬ ਜੋ ਇੰਡੀਆ 'ਚ ਕਮਾਈ ਜਾਂ ਇੰਡੀਆ 'ਚ ਜਾਂ ਕੁਛ ਵੀ ਕਰਿਆ, ਇਨਕਮ ਇੰਡੀਆ 'ਚ ਕਮਾਈ ਹੈ ਇੰਡੀਆ 'ਚ ਹੀ ਮਿਲੀ ਹੈ। ਨੰਬਰ 2, ਡੀਮਡ ਟੂ ਬੀ ਰਿਸੀਵਡ ਇਨ ਇੰਡੀਆ, ਕਮਾਈ ਇਨਕਮ ਇੰਡੀਆ ਤੋਂ ਬਾਹਰ ਹੈ ਲੇਕਿਨ ਮਿਲੀ ਇੰਡੀਆ ਦੇ ਵਿੱਚ ਹੈ ਜਾਂ ਨਹੀਂ, ਲੇਕਿਨ ਮੰਨ ਲਈ ਜਾਊਗੀ ਇੰਡੀਆ 'ਚ ਮਿਲੀ ਹੈ। ਮਤਲਬ ਜਿਹੜਾ ਦੂਸਰਾ ਪੁਆਇੰਟ ਆ ਉਹ 'ਚ ਇਹ ਹੈ ਵੀ ਜੇ ਕੋਈ ਇਨਕਮ ਕਮਾਈ ਬਾਹਰ ਹੈ ਲੇਕਿਨ ਇੰਡੀਆ 'ਚ ਲਿਆਤੀ ਗਈ ਤਾਂ ਮੰਨ ਲਈ ਜਾਊਗੀ ਕਿ ਇੰਡੀਆ 'ਚ ਰਿਸੀਵ ਹੋਈ ਹੈ, ਮੰਨ ਲਈ ਜਾਊਗੀ, ਔਰ ਇੰਡੀਆ ਟੈਕਸ ਲਗਾ ਦੂਗਾ ਉਸ ਇਨਕਮ 'ਤੇ, ਠੀਕ ਹੈ। ਬਸ ਇਹਨਾਂ ਨੂੰ ਇੰਨੇ ਇੱਕ ਸ਼ੋਰਟ ਪੁਆਇੰਟ ਲਈ ਯਾਦ ਰੱਖਿਓ। ਇਨਕਮ ਅਕਰੂ ਔਰ ਰਾਈਜ਼ਿੰਗ ਇਨ ਇੰਡੀਆ, ਇਹ ਤਾਂ ਆਸਾਨ ਹੀ ਪੁਆਇੰਟ ਹੈ ਵੀ ਇਨਕਮ ਇੰਡੀਆ 'ਚ ਹੀ ਪੈਦਾ ਹੋਈ, ਇੰਡੀਆ 'ਚ ਹੀ ਕਮਾਈ ਔਰ ਇੰਡੀਆ 'ਚ ਹੀ ਮਿਲੀ, ਠੀਕ ਹੈ। ਜਿਹੜਾ ਨੰਬਰ 4 ਪੁਆਇੰਟ ਹੈ
ਉਹ ਚ ਮੰਨ ਲਿਆ ਜਾਊਗਾ ਵੀ ਇੰਡੀਆ 'ਚ ਕਮਾਈ, ਇੰਡੀਆ 'ਚ ਮਿਲੀ, ਮੰਨ ਲਿਆ ਜਾਊਗਾ। ਇਹਦਾ ਮਤਲਬ ਜੇ ਮੰਨਾਂਗੇ ਤਾਂ ਇਹਦਾ ਮਤਲਬ ਸੱਚਾਈ ਤਾਂ ਹੈ ਨਹੀਂ। ਮਤਲਬ ਚੌਥੇ ਪੁਆਇੰਟ ਦੇ ਅਕੋਰਡਿੰਗ ਜੇ ਕੋਈ ਬੰਦਾ ਇੰਡੀਅਨ ਗਵਰਨਮੈਂਟ ਦਾ EMPLOYE ਹੈ ਔਰ ਉਸ EMPLOYE ਨੂੰ ਨਿਊਜ਼ੀਲੈਂਡ ਦੇ ਵਿੱਚ ਜੋਬ ਮਿਲ ਗਈ, ਨਿਊਜ਼ੀਲੈਂਡ 'ਚ ਉਹ ਇੰਡੀਅਨ ਗਵਰਨਮੈਂਟ ਦਾ ਬੰਦਾ ਜੋਬ ਕਰਦਾ ਔਰ ਉਹਨੂੰ ਤਨਖਾਹ ਇੰਡੀਆ ਦੀ ਗਵਰਨਮੈਂਟ ਦੇ ਰਹੀ ਹੈ, ਤਾਂ ਉਸ ਬੰਦੇ ਨੂੰ ਜੋ ਇਨਕਮ ਹੋ ਰਹੀ ਹੈ ਉਹ ਇੰਡੀਆ ਦੀ ਇਨਕਮ 'ਚ ਕਾਊਂਟ ਹੋਊਗੀ। ਮਤਲਬ ਆਪਾਂ ਠੀਕ ਹੈ, ਸੈਲਰੀ ਪੇਡ ਬਾਈ ਗਵਰਨਮੈਂਟ ਟੂ ਇਟਸ EMPLOYE, ਤਾਂ ਜਿਹੜੀ ਗਵਰਨਮੈਂਟ ਦੀ ਉਹ ਕੰਪਨੀ ਹੈ, ਉਹ ਕੰਪਨੀ ਦੀ ਇਨਕਮ ਉਸ ਬੰਦੇ ਨੂੰ ਮਿਲ ਰਹੀ ਹੈ। ਠੀਕ ਹੈ, ਹੁਣ ਸੈਲਰੀ ਪੇਡ ਬਾਈ ਗਵਰਨਮੈਂਟ ਟੂ ਇਟਸ EMPLOYE ਪੋਸਟਡ ਅਬਰੋਡ, ਉਹ ਕੰਪਨੀ ਦੀ ਇਨਕਮ ਮੰਨੀ ਜਾਊਗੀ। ਠੀਕ ਹੈ, ਮਤਲਬ ਕੰਪਨੀ ਦੇ ਪੁਆਇੰਟ ਆਫ ਵਿਊ ਇਨਕਮ ਮੰਨੀ ਜਾਊ, ਕੰਪਨੀ ਦਾ ਖਰਚਾ ਮੰਨਿਆ ਜਾਊਗਾ ਉਹ। ਠੀਕ ਹੈ, ਪੁਆਇੰਟ ਸਮਝ ਆਇਆ। ਇਹਨਾਂ ਨੇ ਇਨਕਮ ਡੀਮਡ ਟੂ ਅਕਰੂ ਔਰ ਰਾਈਜ਼ ਇਨ ਇੰਡੀਆ ਸਮਝਾਉਣ ਲਈ ਇਹ ਵਰਡ ਯੂਜ਼ ਕੀਤੇ ਨੇ ਵੀ ਜਿਵੇਂ ਇਸ ਤਰ੍ਹਾਂ ਦੀ ਇਨਕਮ ਕੋਈ ਹੁੰਦੀ ਹੈ। ਤੁਸੀਂ ਇਹ ਸਮਝ ਲਓ ਵੀ ਇੰਡੀਅਨ ਗਵਰਨਮੈਂਟ ਇੰਡੀਆ ਤੋਂ ਬਾਹਰ ਕਿਸੇ ਬੰਦੇ ਨੂੰ ਪੇਮੈਂਟ ਦਿੰਦੀ ਹੈ ਜਾਂ ਕਿਸੇ ਕੰਪਨੀ ਨੂੰ ਪੇਮੈਂਟ ਕਰਦੀ ਹੈ ਔਰ ਕੰਪਨੀ ਇੰਡੀਆ ਦੀ ਹੈ, ਚਾਹੇ ਪੇਮੈਂਟ ਬਾਹਰ ਕੀਤੀ ਲੇਕਿਨ ਉਹ ਇੰਡੀਆ ਦੀ ਕੰਪਨੀ ਜੋ ਹੈ ਉਹਦੀ ਇਨਕਮ ਮੰਨੀ ਜਾਊਗੀ, ਮਿਲੀ ਚਾਹੇ ਬਾਹਰ ਹੈ। ਠੀਕ ਹੈ, ਇਨ ਵੈਰੀ ਸ਼ਾਰਟ, ਇਨਕਮ ਅਕਰੂ ਔਰ ਰਿਸੀਵਡ ਆਊਟਸਾਈਡ ਇੰਡੀਆ ਦਾ ਮਤਲਬ ਹੈ ਵੀ ਇਨਕਮ ਕਮਾਈ ਵੀ ਬਾਹਰੋਂ ਬਾਹਰ ਹੈ ਤੇ ਮਿਲੀ ਵੀ ਬਾਹਰੋਂ ਬਾਹਰ ਹੈ। ਠੀਕ ਹੈ, ਇਹ ਇਨਕਮ ਤੇ ਇੰਡੀਆ ਟੈਕਸ ਨਹੀਂ ਲਗਾਊਗਾ ਕਿਉਂਕਿ ਇੰਡੀਅਨ ਕੰਪਨੀ, ਠੀਕ ਹੈ, ਦੀ ਕੋਈ ਇਨਕਮ ਹੋਈ ਵੀ ਬਾਹਰ, ਮਿਲੀ ਵੀ ਬਾਹਰ ਔਰ ਇੰਡੀਆ 'ਚ ਵੀ ਨਹੀਂ ਕਦੇ ਲਿਆਤੀ ਗਈ, ਤਾਂ ਇਸ ਤਰ੍ਹਾਂ ਦੀ ਸਿਚੁਏਸ਼ਨ 'ਚ ਇਹ ਟੈਕਸੇਬਲ ਰੈਜ਼ੀਡੈਂਟ ਲਈ ਹੋਊਗੀ, ਨੌਨ ਰੈਜ਼ੀਡੈਂਟ ਕੰਪਨੀ ਲਈ ਇਹ ਟੈਕਸੇਬਲ ਨਹੀਂ ਹੋਣੀ। ਜੇ ਤਾਂ ਰੈਜ਼ੀਡੈਂਟ ਕੰਪਨੀ ਹੈ ਉਹਦੀ ਤਾਂ ਕਿੱਥੇ ਮਰਜ਼ੀ ਦੀ ਗਲੋਬਲ ਇਨਕਮ ਹੋਵੇ, ਜਿਹੜੀ ਕੰਪਨੀ ਇੱਕ ਵਾਰੀ ਰੈਜ਼ੀਡੈਂਟ ਹੋ ਗਈ ਇੰਡੀਆ ਦੀ, ਉਹ ਦੁਨੀਆ ਦੀ ਕਿਹੜੀ ਮਰਜ਼ੀ ਕੋਨੇ ਤੇ ਪੈਸੇ ਕਮਾ ਕੇ ਉੱਥੇ ਹੀ ਰੱਖ ਲਵੇ, ਚਾਹੇ ਇੰਡੀਆ 'ਚ ਕਦੇ ਨਾ ਲੈ ਕੇ ਆਵੇ, ਉਹ ਤੇ ਇੰਡੀਆ ਦੀ ਗਵਰਨਮੈਂਟ ਟੈਕਸ ਲਾਊਗੀ, ਇੰਡੀਆ ਦਾ ਇਨਕਮ ਟੈਕਸ ਡਿਪਾਰਟਮੈਂਟ ਟੈਕਸ ਲਾਊਗਾ। ਪਿਛਲੇ ਸਾਲਾਂ ਦੀ 6ਵਾਂ ਪੁਆਇੰਟ, ਪਾਸਟ ਅਨਟੈਕਸਡ ਇਨਕਮ, ਜੇ ਕਿਸੇ ਵੀ ਕੰਪਨੀ ਦੀ ਪਿਛਲੇ ਸਾਲਾਂ ਦੀ ਕੋਈ ਕਮਾਈ ਜਿਹੜੀ ਕਦੇ ਵੀ ਇੰਡੀਆ 'ਚ ਨਹੀਂ ਲਿਆਤੀ ਗਈ ਲੇਕਿਨ ਇੰਡੀਆ ਤੋਂ ਬਾਹਰ ਕਮਾ ਕੇ ਰੱਖੀ ਗਈ ਔਰ ਉੱਥੇ ਕਮਾਉਣ ਤੋਂ ਬਾਅਦ ਅਗਲੇ ਸਾਲਾਂ 'ਚ, ਬਾਅਦ ਵਾਲੇ ਸਾਲਾਂ 'ਚ, ਮਤਲਬ ਜਿਸ ਸਾਲ ਇੰਡੀਆ ਤੋਂ ਬਾਹਰ ਤੁਸੀਂ ਪੈਸਾ ਕਮਾ ਲਿਆ ਉਹ ਸਾਲ ਛੱਡ ਕੇ ਹੋਰ ਸਾਲਾਂ 'ਚ ਤੁਸੀਂ ਇੰਡੀਆ 'ਚੋਂ ਪੈਸਾ ਲਿਆਏ, ਉਹ ਪੈਸੇ ਤੇ ਇੰਡੀਆ ਦਾ ਇਨਕਮ ਟੈਕਸ ਨਹੀਂ ਲਗਾ ਸਕਦਾ। ਇੱਕ ਕੰਪਨੀ ਨੂੰ 50 ਹੈਡ ਤੋਂ ਇਨਕਮ ਹੋ ਸਕਦੀ ਹੈ, ਇੱਦਾਂ ਤਾਂ ਸਭ ਨੂੰ ਪਤਾ ਹੈ ਵੀ ਨਹੀਂ ਹੋ ਸਕਦੀ ਕਿਉਂਕਿ ਸੈਲਰੀ ਫਰਮ ਨੂੰ ਵੀ ਨਹੀਂ ਹੋ ਸਕਦੀ ਸੈਲਰੀ, ਤੇ ਕੰਪਨੀ ਨੂੰ ਵੀ ਨਹੀਂ ਸੈਲਰੀ ਹੋ ਸਕਦੀ। ਕੰਪਨੀ ਕਿਹੜਾ ਕੋਈ ਬੰਦਾ ਹੈ ਹੱਡੀ ਮਾਸ ਦਾ, ਤਾਂ ਕੰਪਨੀ ਨੂੰ ਸੈਲਰੀ ਤੋਂ ਛੱਡ ਕੇ 4 ਹੈਡ ਤੋਂ ਇਨਕਮ ਹੋ ਸਕਦੀ ਹੈ, ਹਾਊਸ ਪ੍ਰੋਪਰਟੀ ਤੋਂ, PGBP ਤੋਂ ਬੱਚੇ, ਕੈਪੀਟਲ ਗੇਨ ਤੋਂ, ਇਨਕਮ ਫਰਮ ਅਦਰ ਸੋਰਸਸ ਤੋਂ। ਠੀਕ ਹੈ ਬੱਚੇ, ਇੱਕ ਕੰਪਨੀ ਨੂੰ ਖੇਤੀਬਾੜੀ ਤੋਂ ਵੀ ਇਨਕਮ ਹੋ ਸਕਦੀ ਹੈ। ਜੇ ਖੇਤੀਬਾੜੀ ਤੋਂ ਇਨਕਮ ਹੁੰਦੀ ਹੈ ਤਾਂ ਖੇਤੀਬਾੜੀ ਦੀ ਇਨਕਮ ਵੈਸੇ ਤਾਂ ਐਗਜ਼ੈਂਪਟ ਹੁੰਦੀ ਹੈ। ਠੀਕ ਹੈ ਬੱਚੇ, ਔਰ ਖੇਤੀਬਾੜੀ ਦੀ ਇਨਕਮ ਦੇ ਵਿੱਚ ਤੁਹਾਨੂੰ ਮੈਂ ਦੱਸਿਆ ਸੀਗਾ ਕਿ ਜੇ ਐਗਜ਼ੈਂਪਟ ਹੈ ਤਾਂ ਫਿਰ ਕੰਪਨੀ ਲਈ ਕੇਸ ਵੀ ਐਗਜ਼ੈਂਪਟ ਹੋਊ। ਠੀਕ ਹੈ, ਔਰ ਬਟ ਕੰਪਨੀ ਇਜ਼ ਹੈਵਿੰਗ ਕੰਪੋਜ਼ਿਟ ਇਨਕਮ, ਪਰ ਜਿਹੜੀ ਕੰਪਨੀ ਜਿਵੇਂ ਐਮਵੇ ਜਾਂ ਨੇਚਰਵੇ, ਇਹ ਕੰਪਨੀਆਂ ਵਿੱਚ ਖੇਤੀਬਾੜੀ ਵੀ ਕਰਦੀਆਂ, ਜਿਵੇਂ ਪਤੰਜਲੀ ਵਾਲਾ ਵੀ ਹੋ ਗਿਆ, ਰਾਮਦੇਵ ਵਾਲਾ, ਇਹ ਖੇਤੀ ਵੀ ਕਰਦੀਆਂ ਨੇ ਫਿਰ ਬਿਜ਼ਨਸ ਵੀ ਕਰਦੀਆਂ। ਮਤਲਬ ਆਮਲਾ ਉਗਾ ਕੇ ਜਾਂ ਕੁਝ ਵੀ ਫਸਲ ਉਗਾ ਕੇ ਜਾਂ ਦਵਾਈ ਉਗਾਉਂਦੇ ਨੇ, ਪਹਿਲਾਂ ਉਗਾ ਕੇ ਫਿਰ ਆਪ ਹੀ ਉਹਨੂੰ ਪੈਕ ਕਰਕੇ ਬਿਜ਼ਨਸ 'ਚ ਪ੍ਰੋਸੈਸਿੰਗ ਕਰਕੇ ਵੇਚ ਦਿੰਦੇ ਨੇ, ਪਾਊਡਰ ਬਣਾ ਕੇ, ਗੋਲੀ ਬਣਾ ਕੇ ਜਾਂ ਕਿਵੇਂ ਵੀ। ਤਾਂ ਐਸੀ ਸਿਚੁਏਸ਼ਨ 'ਚ ਜਦੋਂ ਇੱਕ ਕੰਪਨੀ ਦੀ ਖੇਤੀਬਾੜੀ ਦੀ ਇਨਕਮ ਵੀ ਹੋਵੇ ਤੇ ਬਿਨਾਂ ਖੇਤੀਬਾੜੀ ਦੀ ਇਨਕਮ ਵੀ ਹੋਵੇ, ਤਾਂ ਬਿਨਾਂ ਖੇਤੀਬਾੜੀ ਵਾਲੀ ਜਿਹੜੀ ਇਨਕਮ ਹੋਊਗੀ ਉਹਦੇ 'ਤੇ ਟੈਕਸ ਲੱਗੂਗਾ। ਕੁਛ ਐਗਜ਼ਾਮਪਲ ਤੇ ਸੈਕਸ਼ਨ ਤੁਹਾਨੂੰ ਦੱਸੇ ਹੋਏ ਨੇ, ਹਾਲਾਂਕਿ ਮੈਂ ਖੇਤੀਬਾੜੀ ਵਾਲਾ ਚੈਪਟਰ ਕਰਾ ਚੁੱਕਿਆ 3rd ਸੈਮ 'ਚ, ਉਹਦੇ ਵਿੱਚ ਮੈਂ ਸਾਰਾ ਕੁਝ ਦੱਸਿਆ ਹੋਇਆ ਜੀ, ਫਿਰ ਵੀ ਮੈਂ ਦੱਸ ਦਿਆਂ। ਜੇ ਕੋਈ ਕੰਪਨੀ ਚਾਹ ਉਗਾਉਂਦੀ ਹੈ ਫਿਰ ਚਾਹ ਵੇਚਦੀ ਵੀ ਹੈ ਬੱਚੇ, ਚਾਹ ਉਗਾਉਣ ਲਈ ਪੱਤੀਆਂ ਚਾਹੀਦੀਆਂ ਨੇ, ਖੇਤੀ ਚਾਹੀਦੀ ਹੈ, ਫਿਰ ਚਾਹ ਬਣਾਉਣ ਲਈ ਬੱਚੇ ਉਹਨੂੰ ਪੈਕਟ ਬਣਾ ਕੇ ਉੱਤੇ ਸੁਕਾ ਕੇ ਬਿਜ਼ਨਸ ਵੀ ਹੋ ਗਿਆ। ਤਾਂ ਜੇ ਕੋਈ ਬੰਦਾ ਕੰਪਨੀ ਖੇਤੀਬਾੜੀ ਦਾ ਕੰਮ ਕਰਦਾ ਹੈ, ਚਾਹ ਦਾ 60% ਇਨਕਮ ਖੇਤੀਬਾੜੀ ਦੀ ਮੰਨੀ ਜਾਊਗੀ, 40% ਬਿਨਾਂ ਖੇਤੀਬਾੜੀ ਦੀ ਮੰਨੀ ਜਾਊਗੀ। ਰਬੜ ਦੇ ਵਿੱਚ ਬੱਚੇ 65% ਖੇਤੀਬਾੜੀ ਦੀ ਮੰਨੀ ਜਾਊਗੀ ਇਨਕਮ, 35% ਬਿਨਾਂ ਖੇਤੀਬਾੜੀ ਦੀ ਮੰਨੀ ਜਾਊਗੀ ਇਨਕਮ। ਠੀਕ ਹੈ ਬੱਚੇ, ਨੈਕਸਟ, ਜੇ ਤੁਸੀਂ ਬੱਚੇ ਕੌਫੀ ਉਗਾਉਂਦੇ ਹੋ ਤੇ ਉਹਨੂੰ ਕਿਉਰ ਕਰਦੇ ਹੋ ਤਾਂ 75% ਬੱਚੇ ਖੇਤੀ ਦੀ ਇਨਕਮ ਮੰਨੀ ਜਾਊਗੀ, 25% ਬੱਚੇ ਬਿਜ਼ਨਸ ਦੀ ਇਨਕਮ ਮੰਨੀ ਜਾਊਗੀ। ਜੇ ਤੁਸੀਂ ਕੌਫੀ ਨੂੰ ਉਗਾਉਂਦੇ ਵੀ ਹੋ, ਕਿਉਰ ਵੀ ਕਰਦੇ ਹੋ, ਠੀਕ ਹੈ, ਤੇ ਭੁੰਨਦੇ ਵੀ ਹੋ, ਉਹਨੂੰ ਰੋਸਟਡ ਵੀ ਕਰਦੇ ਹੋ, ਫਿਰ ਉਹਨੂੰ ਗਰਾਊਂਡਡ ਵੀ ਕਰਦੇ ਹੋ ਇੰਡੀਆ ਦੇ ਵਿੱਚ, ਫਿਰ ਤੁਸੀਂ ਉਹ 'ਚ ਚਾਹੇ ਚਕੋਰੀ ਮਿਕਸ ਕਰਦੇ ਹੋ ਚਾਹੇ ਨਹੀਂ ਮਿਕਸ ਕਰਦੇ। ਠੀਕ ਹੈ, ਚਕੋਰੀ ਵਿੱਚ ਕੋਈ ਫਲੇਵਰ ਵਾਸਤੇ ਕੋਈ ਚੀਜ਼ ਹੁੰਦੀ ਹੋਣੀ ਹੈ। ਜੇ ਐਸੀ ਸਿਚੁਏਸ਼ਨ ਤੁਸੀਂ ਕੌਫੀ ਬਣਾਉਂਦੇ ਹੋ ਤਾਂ 60% ਖੇਤੀਬਾੜੀ ਦੀ ਇਨਕਮ ਮੰਨੀ ਜਾਊਗੀ ਬੱਚੇ, 40% ਮੰਨੀ ਜਾਊਗੀ ਬਿਨਾਂ ਖੇਤੀਬਾੜੀ ਤੋਂ। ਅੰਡਰਸਟੈਂਡ?
ਬਸ ਇੰਨਾ ਕੀ ਰੱਖਿਓ। ਬਾਕੀ ਬੱਚੇ ਕੰਪਨੀ ਦੇ ਕੇਸ 'ਚ ਪ੍ਰੋਫਿਟਸ ਜਾਂ ਲੋਸਿਸ ਨੂੰ ਸੈਟ ਆਫ ਕਰਨਾ ਜਾਂ ਕੈਰੀ ਫੋਰਵਰਡ ਕਰਨਾ, ਇਹਦੇ ਰੂਲ ਸਭ ਨੂੰ ਪਤਾ ਹੀ ਹੈ। ਇਹਦੇ ਰੂਲ ਮੈਂ ਤੁਹਾਨੂੰ ਦੱਸਣ ਵਾਸਤੇ ਇਹਦੀ ਇੱਕ ਮੈंने ਪ੍ਰੋਪਰ ਆਡੀਓ ਵੀ ਭੇਜੀ ਹੋਈ ਤੁਹਾਨੂੰ, ਸੈਟ ਆਫ ਕੈਰੀ ਫੋਰਵਰਡ ਤੇ ਕਲਬਿੰਗ ਦੀ, ਠੀਕ ਹੈ। ਪਰ ਮੈਂ ਤੁਹਾਨੂੰ ਫੇਰ ਸ਼ਾਰਟਕਟ 'ਚ ਦੱਸ ਦਿਆਂ, ਬੁੱਕ 'ਚ ਵੀ ਇੱਥੇ ਸ਼ਾਰਟਕਟ ਦਿੱਤਾ ਹੋਇਆ। ਬੱਚੇ ਕੰਪਨੀ ਹੈ ਜਿਹੜੀ, ਉਹਨੂੰ ਜੇ ਇੱਕ ਸੋਰਸ ਤੋਂ ਲੋਸ ਹੋ ਜਾਵੇ, ਇਹਨੂੰ ਕਹਿੰਦੇ ਨੇ ਇੰਟਰ ਸੋਰਸ ਸੈਟ ਆਫ ਲੌਸਸ, ਮਤਲਬ ਵਿਦ ਇਨ ਹੈਡ, ਇੱਕ ਹੈਡ 'ਚ ਇੱਕ ਕੰਪਨੀ ਵਿੱਚ 4 ਹੈਡ ਤੋਂ ਇਨਕਮ ਕਮਾ ਸਕਦੀ ਹੈ। 4 ਹੈਡ 'ਚੋਂ ਕੋਈ ਵੀ ਇੱਕ ਹੈਡ 'ਚ ਚਲੇ ਜਾਓ, ਉਹ ਹੈਡ ਤੋਂ ਬਾਹਰ ਨਹੀਂ ਜਾਣਾ। ਉਹ ਇੱਕ ਹੈਡ ਮੰਨ ਲਓ ਇਨਕਮ ਫਰੋਮ ਹਾਊਸ ਪ੍ਰੋਪਰਟੀ ਹੈ, ਜੇ ਕੰਪਨੀ ਨੇ ਬੱਚੇ ਹਾਊਸ ਪ੍ਰੋਪਰਟੀ ਤੋਂ ਇਨਕਮ ਕਮਾ ਰਹੀ ਹੈ, ਔਰ ਦੇਖੋ 10 ਘਰ ਨੇ, 10 ਘਰਾਂ 'ਚੋਂ 4 ਘਰਾਂ 'ਚ ਲਾਸ ਹੋ ਗਿਆ, ਜੇ ਕਿਰਾਏ ਦੱਬ ਗਏ ਜਾਂ ਕੁਝ ਹੋ ਗਿਆ, ਤਾਂ ਬੱਚੇ ਮੇਰੇ ਕੋਲ 10 ਘਰ ਕਿਰਾਏ ਤੇ ਦਿੱਤੇ ਹੋਏ ਸੀ, 4 ਘਰ ਜੇ ਨੁਕਸਾਨ ਹੋ ਗਿਆ ਤਾਂ 6 ਘਰ 'ਚ ਤਾਂ ਪ੍ਰੋਫਿਟ ਹੋਇਆ ਹੋਊਗਾ, ਕਿਰਾਇਆ ਮਿਲਿਆ ਹੋਊਗਾ, ਉਹ 'ਚੋਂ ਪੂਰਾ ਕਰ ਲੂੰਗਾ। ਤੇ ਇਹਨੂੰ ਕਹਿੰਦੇ ਨੇ ਵਿਦ ਇਨ ਹੈਡ ਸੈਟ। ਤਾਂ ਜੇ ਅਸੀਂ ਸੈਟ ਆਫ ਕਰਦੇ ਹਾਂ ਵਿਦ ਇਨ ਹੈਡ, ਤਾਂ ਦੈਟ ਇਜ਼ ਇੰਟਰ ਸੋਰਸ ਸੈਟ ਆਫ ਲੌਸਸ। ਲੇਕਿਨ ਸੱਟੇਬਾਜ਼ੀ ਦੇ ਕੇਸ 'ਚ ਤੁਸੀਂ ਇਸ ਦਾ ਧਿਆਨ ਰੱਖਣਾ ਹੈ ਕਿ ਸੱਟੇਬਾਜ਼ੀ ਦਾ ਲੌਸ ਹੈ ਜਿਹੜਾ, ਠੀਕ ਹੈ, ਉਹ ਸੱਟੇਬਾਜ਼ੀ ਦੇ ਫਾਇਦੇ ਤੋਂ ਹੀ ਪੂਰਾ ਹੋ ਸਕਦਾ ਹੈ, ਕਿਸੇ ਵੀ ਹੋਰ ਇਨਕਮ ਚੋਂ ਤੁਸੀਂ ਉਹਨੂੰ ਪੂਰਾ ਨਹੀਂ ਕਰ ਸਕਦੇ ਹੈਗੇ, ਅੰਡਰਸਟੈਂਡ। ਲੇਕਿਨ ਜੇ ਕਿਸੇ ਹੋਰ ਸੋਰਸਸ ਤੋਂ ਤੁਹਾਨੂੰ ਲਾਸ ਹੋ ਗਿਆ, ਉਹ ਲਾਸ ਨੂੰ ਤੁਸੀਂ ਸੱਟੇਬਾਜ਼ੀ ਦੇ ਫਾਇਦੇ 'ਚੋਂ ਪੂਰਾ ਕਰ ਸਕਦੇ ਹੋ, ਲੇਕਿਨ ਸੱਟੇਬਾਜ਼ੀ ਦੇ ਨੁਕਸਾਨ ਨੂੰ ਕਿਸੇ ਹੋਰ ਇਨਕਮ 'ਚੋਂ ਪੂਰਾ ਨਹੀਂ ਕਰ ਸਕਦੇ। ਸੱਟੇਬਾਜ਼ੀ ਦੇ ਨੁਕਸਾਨ ਨੂੰ ਸੱਟੇਬਾਜ਼ੀ ਦੇ ਫਾਇਦੇ 'ਚੋਂ ਹੀ ਪੂਰਾ ਕਰੋਗੇ। ਕਲੈਰਿਟੀ। ਜੇ ਤੁਸੀਂ ਬੱਚੇ ਘੋੜਿਆਂ ਦੀ ਰੇਸ ਵਗੈਰਾ ਕਰਵਾਉਂਦੇ ਹੋ ਤੇ ਤੁਹਾਡਾ ਖਰਚਾ ਹੁੰਦਾ ਹੈ, ਔਰ ਘੋੜਿਆਂ ਦੀ ਰੇਸ ਨੂੰ ਸਾਂਭ ਸੰਭਾਲ ਕੇ ਰੱਖਣ ਦੇ ਖਰਚਾ ਹੁੰਦਾ ਹੈ, ਤਾਂ ਐਸੇ ਘੋੜਿਆਂ ਦੀ ਰੇਸ ਤੋਂ ਜੇ ਤੁਸੀਂ ਹਾਰ ਗਏ, ਥੋੜਾ ਖਰਚਾ ਹੋਇਆ ਤੁਹਾਨੂੰ ਤਾਂ ਵਾਪਸ ਮਿਲਿਆ ਨਹੀਂ, ਨੁਕਸਾਨ ਹੋ ਗਿਆ, ਤਾਂ ਇਹ ਘੋੜਿਆਂ ਦੇ ਖਰਚੇ ਦਾ ਜਾਂ ਮੇਨਟੇਨੈਂਸ ਦਾ ਜਿਹੜਾ ਵੀ ਖਰਚਾ ਹੈ, ਇਹ ਸਿਰਫ ਅਗਲੀ ਵਾਰ ਘੋੜਿਆਂ ਦੀ ਰੇਸ ਤੋਂ ਜਿੱਤੇ ਹੋਏ ਪੈਸਿਆਂ ਚੋਂ ਹੀ ਪੂਰਾ ਕਰ ਸਕਦੇ ਹੋ, ਨੁਕਸਾਨ ਨਹੀਂ ਪੂਰਾ ਕਰ ਸਕਦੇ। ਜੇ ਘੋੜਿਆਂ ਦੀ ਰੇਸ ਬੰਦ ਕਰਤੀ ਖੇਲਣੀ, ਤਾਂ ਤੁਸੀਂ ਬੱਚੇ ਪਿਛਲੀ ਵਾਰ ਦੇ ਘੋੜਿਆਂ ਦੀ ਰੇਸ ਦੇ ਨੁਕਸਾਨ ਦੇ ਪੈਸੇ ਕਦੇ ਪੂਰੇ ਨਹੀਂ ਕਰ ਸਕਦੇ, ਸੈਟ ਆਫ ਨਹੀਂ ਕਰ ਸਕਦੇ, ਠੀਕ ਹੈ ਬੱਚੇ। ਉਸ ਤੋਂ ਬਾਅਦ ਬੱਚੇ ਅਗਲਾ ਪੁਆਇੰਟ ਆ ਗਿਆ, ਠੀਕ ਹੈ, ਕੈਪੀਟਲ ਗੇਨ ਦੇ ਪੁਆਇੰਟ 'ਚ ਮੈਂ ਤੁਹਾਨੂੰ ਦੱਸਿਆ ਸੀ ਵੀ ਸ਼ਾਰਟ ਟਰਮ ਕੈਪੀਟਲ ਲੋਸ ਨੂੰ ਸ਼ਾਰਟ ਟਰਮ ਕੈਪੀਟਲ ਗੇਨ ਚੋਂ ਤੇ ਲੌਂਗ ਟਰਮ ਕੈਪੀਟਲ ਗੇਨ ਚੋਂ ਪੂਰਾ ਕਰ ਸਕਦੇ ਹਾਂ। ਮਤਲਬ ਥੋੜੇ ਸਮੇਂ ਦੇ ਨੁਕਸਾਨ ਵਾਲੇ ਨੂੰ, ਜਿਹੜਾ ਸ਼ਾਰਟ ਟਰਮ ਲੋਸ ਹੋਇਆ, ਉਹਨੂੰ ਥੋੜੇ ਸਮੇਂ ਦੇ ਫਾਇਦੇ, ਲੰਬੇ ਸਮੇਂ ਦੇ ਫਾਇਦੇ ਕੈਪੀਟਲ ਗੇਨ ਚੋਂ ਪੂਰਾ ਕਰ ਸਕਦੇ ਹਾਂ। ਲੇਕਿਨ ਲੌਂਗ ਟਰਮ ਕੈਪੀਟਲ ਲੋਸ ਨੂੰ ਲੌਂਗ ਟਰਮ ਕੈਪੀਟਲ ਗੇਨ ਚੋਂ ਹੀ ਪੂਰਾ ਕਰ ਸਕਦੇ ਹਾਂ। ਓਕੇ, ਲੌਂਗ ਟਰਮ ਕੈਪੀਟਲ ਲੋਸ ਨੂੰ ਸ਼ਾਰਟ ਟਰਮ ਕੈਪੀਟਲ ਗੇਨ ਚੋਂ ਨਹੀਂ ਪੂਰਾ ਕਰ ਸਕਦੇ। ਅਗਲਾ ਇੰਟਰ ਹੈਡ ਸੈਟ ਆਫ, ਜਦੋਂ ਬੱਚੇ ਇੱਕ ਹੈਡ ਤੋਂ ਸਾਨੂੰ ਨਾ ਘਰ ਪੂਰਾ ਪਵੇ, ਮਤਲਬ ਜੇ ਕਿਸੇ ਕੰਪਨੀ ਦੇ 10 ਘਰ ਸੀਗੇ, 4 ਦਾ ਨੁਕਸਾਨ ਹੋ ਗਿਆ ਤਾਂ 6 ਚ ਪੂਰਾ ਕਰ ਲਿਆ ਸੀ। ਜੇ ਬੱਚੇ ਉਹਨੂੰ 10 ਦੇ 10 ਘਰਾਂ ਚੋਂ ਹਾਊਸ ਪ੍ਰੋਪਰਟੀ ਚੋਂ ਨੁਕਸਾਨ ਹੋ ਜਾਵੇ, ਜਿਵੇਂ ਲੋਕਡਾਊਨ ਦਾ ਟਾਈਮ ਚੱਲਦਾ, ਜੇ ਕੰਪਨੀ ਨੇ ਕਿਰਾਏ ਦੇ ਦਿੱਤੇ ਹੋਣਗੇ 10 ਘਰ, ਤਾਂ ਕਿਸੇ ਦਾ ਵੀ ਕਿਰਾਇਆ ਨਹੀਂ ਮਿਲਣਾ। ਫੋਰ ਐਗਜ਼ਾਮਪਲ ਸਾਰੇ ਸਾਲ ਦਾ ਕਿਰਾਇਆ ਨਹੀਂ ਮਿਲਣਾ ਜੇ ਮਰ ਗਿਆ। ਤਾਂ ਐਸੀ ਸਿਚੁਏਸ਼ਨ 'ਚ ਬੱਚੇ ਅਸੀਂ ਹਾਊਸ ਪ੍ਰੋਪਰਟੀ ਦਾ ਨੁਕਸਾਨ ਪੀਜੀਬੀਪੀ ਚੋਂ, ਕਿਸੇ ਹੋਰ ਹੈਡ ਚੋਂ, ਜਾਂ ਕੈਪੀਟਲ ਗੇਨ ਚੋਂ, ਮਤਲਬ ਹੋਰ ਹੈਡ ਚੋਂ, ਇਨਕਮ ਫਰਮ ਅਦਰ ਸੋਰਸਿਸ ਹੈਡ ਚੋਂ ਪੂਰਾ ਕਰ ਸਕਦੇ ਹਾਂ। ਇਹਨੂੰ ਕਹਿੰਦੇ ਨੇ ਇੰਟਰ ਹੈਡ ਸੈਟ ਆਫ, ਆਊਟਸਾਈਡ ਹੈਡ। ਕਲੈਰਿਟੀ। ਇੱਕ ਲੋਸ ਜੇ ਉਸੇ ਹੈਡ ਚੋਂ ਪੂਰਾ ਨਹੀਂ ਹੋਇਆ ਤਾਂ ਹੋਰ ਹੈਡ 'ਚ ਚਲੇ ਜਾਓ, ਲੇਕਿਨ ਸਪੈਕੂਲੇਸ਼ਨ ਲਈ ਅਸੀਂ ਹੈਡ ਵੀ ਨਹੀਂ ਚੇਂਜ ਕਰ ਸਕਦੇ ਬੱਚੇ। ਸੱਟੇਬਾਜ਼ੀ ਦਾ ਜੇ ਨੁਕਸਾਨ ਹੋ ਜਾਏ, ਜੇ ਘੋੜਿਆਂ ਦੀ ਰੇਸ ਦਾ ਨੁਕਸਾਨ ਹੋ ਜਾਏ, ਤਾਂ ਵੀ ਨਹੀਂ ਹੈਡ ਚੇਂਜ ਕਰ ਸਕਦੇ, ਠੀਕ ਹੈ ਬੱਚੇ। ਜੇ ਕੈਪੀਟਲ ਗੇਨ 'ਚੋਂ ਹੋ ਜਾਏ ਤਾਂ ਕੈਪੀਟਲ ਗੇਨ ਵਾਲਾ ਵੀ ਹੈਡ ਤੁਹਾਨੂੰ ਮੈਂ ਦੱਸਤਾ ਚੇਂਜ ਨਹੀਂ ਕਰ ਸਕਦੇ। ਕੈਪੀਟਲ ਲੋਸ ਨੂੰ ਕੈਪੀਟਲ ਗੇਨ ਚੋਂ ਹੀ ਪੂਰਾ ਕਰ ਸਕਦੇ ਹਾਂ, ਲੌਂਗ ਟਰਮ ਵਾਲੇ ਨੂੰ, ਠੀਕ ਹੈ ਬੱਚੇ। ਤੇ ਜੇ ਹਾਊਸ ਪ੍ਰੋਪਰਟੀ ਦਾ ਲੋਸ ਹੋ ਗਿਆ ਤਾਂ ਹਾਊਸ ਪ੍ਰੋਪਰਟੀ ਦੇ ਲੋਸ ਨੂੰ ਅਸੀਂ ਕਿਸੇ ਹੋਰ ਹੈਡ ਚੋਂ ਪੂਰਾ ਕਰ ਸਕਦੇ ਹਾਂ, ਲੇਕਿਨ ਸਿਰਫ 2 ਲੱਖ ਰੁਪਏ ਤੱਕ ਹੀ ਪੂਰਾ ਕਰ ਸਕਦੇ ਹਾਂ। ਇਹ 2018-19 ਤੋਂ ਨਵਾਂ ਰੂਲ ਆਇਆ ਹੈ। ਜੇ ਤੁਹਾਨੂੰ ਹਾਊਸ ਪ੍ਰੋਪਰਟੀ ਤੋਂ ਨੁਕਸਾਨ ਹੋ ਜਾਵੇ, ਉਹ ਨੁਕਸਾਨ ਨੂੰ ਕਿਸੇ ਹੋਰ ਹੈਡ ਚੋਂ ਪੂਰਾ ਕਰ ਲਓ, ਲੇਕਿਨ ਕਿਸੇ ਹੋਰ ਹੈਡ ਚੋਂ ਪੂਰਾ ਕਰਨ ਲੱਗੇ ਵੱਧ ਤੋਂ ਵੱਧ 2 ਲੱਖ ਰੁਪਏ ਦਾ ਨੁਕਸਾਨ ਹੀ
ਐਡਜਸਟ ਕਰਵਾ ਸਕਦੇ ਹੋ। ਜੇ ਬੱਚੇ ਤੁਹਾਨੂੰ ਪ੍ਰੋਫਿਟ ਹੁੰਦਾ ਹੈ ਤਾਂ ਗੌਰਮੈਂਟ ਟੈਕਸ ਮੰਗਦੀ ਹੈ, ਜਦ ਤੁਹਾਨੂੰ ਨੁਕਸਾਨ ਹੁੰਦਾ ਹੈ ਤਾਂ ਗੌਰਮੈਂਟ ਨੂੰ ਟੈਕਸ ਮੰਗਣ ਦਾ ਹੱਕ ਨਹੀਂ। ਲੇਕਿਨ ਨੁਕਸਾਨ ਸੱਚੀ ਹੋਣਾ ਚਾਹੀਦਾ, ਇੱਕ ਨੰਬਰ ਦਾ ਹੋਣਾ ਚਾਹੀਦਾ ਹੈ, ਉਹਦੇ ਪ੍ਰੋਪਰ ਕਾਗਜ਼ ਹੋਣੇ ਚਾਹੀਦੇ, ਨੁਕਸਾਨ ਦੇ ਸਬੂਤ ਹੋਣਾ ਚਾਹੀਦਾ ਹੈ, ਤਾਂ ਗੌਰਮੈਂਟ ਤੁਹਾਨੂੰ ਟੈਕਸ ਛੱਡ ਦੋਗੇ। ਈਵਨ ਜੇ ਤੁਹਾਨੂੰ ਇਸ ਸਾਲ ਨੁਕਸਾਨ ਹੋ ਗਿਆ ਔਰ ਇਸ ਸਾਲ ਕੋਈ ਪ੍ਰੋਫਿਟ ਨਹੀਂ ਹੋਇਆ, ਤਾਂ ਅਗਲੇ ਸਾਲ ਦੇ ਪ੍ਰੋਫਿਟ ਚੋਂ ਪਿਛਲੇ ਸਾਲ ਦੇ ਨੁਕਸਾਨ ਨੂੰ ਖਰਚਾ ਪਾਣਾ ਅਲਾਉ ਕਰ ਦਾਂਗੇ। ਇਹਨੂੰ ਹੀ ਕਹਿੰਦੇ ਨੇ ਸੈਟ ਆਫ ਤੇ ਕੈਰੀ ਫੋਰਵਰਡ। ਉਸੇ ਸਾਲ ਜੇ ਮੈਂ ਕਿਸੇ ਹੋਰ ਪ੍ਰੋਫਿਟ ਚੋਂ ਨੁਕਸਾਨ ਪੂਰਾ ਕਰ ਲਾਂ ਤਾਂ ਸੈਟ ਆਫ, ਅਗਲੇ ਸਾਲ ਜਾ ਕੇ ਕਿਸੇ ਹੋਰ ਪ੍ਰੋਫਿਟ ਚੋਂ ਪਿਛਲੇ ਸਾਲ ਦਾ ਨੁਕਸਾਨ ਪੂਰਾ ਕਰ ਲਾਂ, ਉਹਨੂੰ ਕੈਰੀ ਫੋਰਵਰਡ। ਮੈਂ ਐਂਡ 'ਚ ਤਾਂ ਦੱਸਿਆ ਪੁੱਤ, ਮੈਨੇ ਇਹਦੇ ਲਿੰਕ ਭੇਜੇ ਹੋਏ ਨੇ, 3rd ਸੈਮ 'ਚ ਪੂਰੇ ਫੁੱਲ ਵਟਾ ਚੈਪਟਰ ਕਰਵਾ ਰੱਖੇ ਨੇ, ਤਾਂ ਪਤਾ ਹੋਣਾ ਚਾਹੀਦਾ ਸਭ ਨੂੰ ਸੈਟ ਆਫ ਕੈਰੀ ਫੋਰਵਰਡ। ਕਲਬਿੰਗ ਵੀ ਕਰਵਾਇਆ ਹੋਇਆ ਹੈ। ਕੈਪੀਟਲ ਗੇਨ ਦਾ ਮੈਂ ਤੁਹਾਨੂੰ ਦੱਸ ਦਿੱਤਾ ਬੱਚੇ। ਕੈਰੀ ਫੋਰਵਰਡ ਦੇ ਰੂਲ ਸਭ ਨੂੰ ਪਤਾ ਨੇ, ਮੈਂ ਫੇਰ ਵੀ ਦੱਸਦਾ। ਜੇ ਕੰਪਨੀ ਨੂੰ ਹਾਊਸ ਪ੍ਰੋਪਰਟੀ ਤੋਂ ਨੁਕਸਾਨ ਹੋ ਜਾਵੇ ਤਾਂ ਅਗਲੇ ਸਾਲ ਦੇ ਪ੍ਰੋਫਿਟ ਚੋਂ ਪੂਰਾ ਕਰ ਲਊਗੀ। ਪਹਿਲਾਂ ਤਾਂ ਉਸੇ ਸਾਲ ਦੇ ਪ੍ਰੋਫਿਟ ਚੋਂ ਪੂਰਾ ਕਰਨ ਦੀ ਕੋਸ਼ਿਸ਼ ਕਰੂਗੀ, ਦੈਟ ਇਜ਼ ਸੈਟ ਆਫ। ਨਾ ਤਾਂ ਅਗਲੇ ਸਾਲ ਲੈ ਜਾਊਗੀ, ਦੈਟ ਇਜ਼ ਕੈਰੀ ਫੋਰਵਰਡ। 8 ਸਾਲ ਅੱਗੇ ਲਗਾਤਾਰ ਲੈ ਕੇ ਜਾ ਸਕਦੀ ਹੈ। ਜੇ ਨੁਕਸਾਨ ਪਹਿਲੇ ਸਾਲ 'ਚ ਨਹੀਂ ਪੂਰਾ ਹੋਇਆ, ਦੂਸਰੇ ਸਾਲ, ਤੀਸਰੇ ਸਾਲ, ਚੌਥੇ ਸਾਲ, ਵੱਧ ਤੋਂ ਵੱਧ ਤੁਹਾਨੂੰ 8 ਸਾਲ ਮਿਲਣਗੇ ਹਾਊਸ ਪ੍ਰੋਪਰਟੀ ਦਾ ਨੁਕਸਾਨ ਪੂਰਾ ਕਰਨ ਲਈ। ਅਗਲੇ ਸਾਲ ਲੈ ਕੇ ਜਾਣ ਦੇ 8 ਸਾਲ ਮਿਲਣਗੇ। ਪੀਜੀਬੀਪੀ ਦੇ ਵਿੱਚ ਵੀ ਬੱਚੇ 8 ਸਾਲ ਹੀ ਮਿਲਣਗੇ ਤੁਹਾਨੂੰ। ਸੱਟੇਬਾਜ਼ੀ ਦਾ ਨੁਕਸਾਨ ਜੇ ਹੋ ਗਿਆ ਤਾਂ ਸੱਟੇਬਾਜ਼ੀ ਦਾ ਨੁਕਸਾਨ ਅਗਲੇ ਸਾਲ ਦੇ ਸੱਟੇਬਾਜ਼ੀ ਦੇ ਫਾਇਦੇ 'ਚ ਪੂਰਾ ਕਰ ਸਕਦੇ ਹੋ, ਲੇਕਿਨ ਤੁਹਾਨੂੰ ਵੱਧ ਤੋਂ ਵੱਧ 4 ਸਾਲ ਹੀ ਮਿਲਣਗੇ ਬੱਚੇ। ਅਨਐਬਜ਼ੋਰਬਡ ਡੈਪਰੀਸੀਏਸ਼ਨ ਨੂੰ ਤੁਸੀਂ ਅਗਲੇ ਸਾਲਾਂ ਤੱਕ ਲੈ ਕੇ ਜਾ ਸਕਦੇ ਹੋ। ਲੇਕਿਨ ਬੱਚੇ ਅਨਐਬਜ਼ੋਰਬਡ ਡੈਪਰੀਸੀਏਸ਼ਨ ਜੇ ਇਸ ਸਾਲ ਨਾ ਪੈ ਸਕੀ, ਪ੍ਰੋਫਿਟ ਨਹੀਂ ਸੀਗਾ, ਖਰਚਾ ਨਹੀਂ ਪਾ ਸਕਿਆ ਮੈਂ ਡੈਪਰੀਸੀਏਸ਼ਨ ਦਾ, ਉਹ ਵਿਚਾਰੀ ਐਬਜ਼ੋਰਬ ਨਹੀਂ ਹੋਈ, ਉਹ ਅਵਸ਼ੋਸ਼ਿਤ ਨਹੀਂ ਹੋਈ, ਉਹ ਖਰਚਾ ਪਾ ਨਹੀਂ ਸਕਿਆ, ਅਗਲੇ ਸਾਲ ਲੈ ਜਾਊਂਗਾ। ਅਗਲੇ ਸਾਲ ਨਾ ਹੋਇਆ, ਉਸ ਤੋਂ ਅਗਲੇ ਸਾਲ, ਉਸ ਤੋਂ ਅਗਲੇ ਸਾਲ ਨਾ ਹੋਇਆ, ਉਸ ਤੋਂ ਅਗਲੇ ਸਾਲ, ਮੈਂ ਕਿੰਨੇ ਮਰਜ਼ੀ ਸਾਲ ਅੱਗੇ ਲੈ ਕੇ ਜਾ ਸਕਦਾ ਅਨਐਬਜ਼ੋਰਬਡ ਡੈਪਰੀਸੀਏਸ਼ਨ ਨੂੰ, ਜਦ ਤੱਕ ਅਨਐਬਜ਼ੋਰਬਡ ਡੈਪਰੀਸੀਏਸ਼ਨ ਖਤਮ ਨਹੀਂ ਹੋ ਜਾਂਦੀ। ਔਰ ਇਹ ਸ਼ਾਰਟ ਕੁਐਸਚਨ ਲਈ ਬਹੁਤ ਇੰਪੋਰਟੈਂਟ ਹੈ। 3rd ਸੈਮ 'ਚ ਵੀ ਦੱਸਿਆ ਸੀ, ਪ੍ਰੋਪਰ ਆਰਡਰ ਦੱਸੇ ਸੀ ਅਨਐਬਜ਼ੋਰਬਡ ਡੈਪਰੀਸੀਏਸ਼ਨ ਦੇ, A to Z ਡਿਟੇਲ ਦਿੱਤੀ ਸੀ। ਉਰੇ ਵੀ ਅਨਐਬਜ਼ੋਰਬਡ ਡੈਪਰੀਸੀਏਸ਼ਨ ਦਾ ਪ੍ਰੈਫਰੈਂਸ ਦਿੱਤਾ ਹੋਇਆ ਹੈ। ਜਦੋਂ ਤੁਸੀਂ ਅਗਲੇ ਸਾਲ ਦੇ ਪ੍ਰੋਫਿਟ 'ਚੋਂ ਅਨਐਬਜ਼ੋਰਬਡ ਡੈਪਰੀਸੀਏਸ਼ਨ ਦਾ ਖਰਚਾ ਪਾਓਗੇ। ਅਨਐਬਜ਼ੋਰਬਡ ਡੈਪਰੀਸੀਏਸ਼ਨ ਦਾ ਮੀਨਿੰਗ ਸਭ ਨੂੰ ਦੱਸਤਾ। ਜਿਹੜੀ ਡੈਪਰੀਸੀਏਸ਼ਨ ਜਿਸ ਸਾਲ ਹੋਈ ਸੀ ਉਸ ਸਾਲ ਪ੍ਰੋਫਿਟ ਨਾ ਹੋਣ ਕਰਕੇ ਨਹੀਂ ਪਾ ਸਕਿਆ ਮੈਂ ਪ੍ਰੋਫਿਟ 'ਚ ਖਰਚਾ, ਪ੍ਰੋਫਿਟ ਐਂਡ ਲੋਸ ਅਕਾਊਂਟ 'ਚ ਖਰਚਾ ਮੈਂ ਪਾ ਨਹੀਂ ਸਕਿਆ ਡੈਪਰੀਸੀਏਸ਼ਨ ਦਾ, ਉਹ ਫਿਰ ਅਗਲੇ ਸਾਲ ਦੇ ਪ੍ਰੋਫਿਟ 'ਚ ਪਾਊਂਗਾ, ਕਿਉਂਕਿ ਪਿਛਲੇ ਸਾਲ ਹੈ ਹੀ ਨਹੀਂ ਸੀ ਪ੍ਰੋਫਿਟ, ਤਾਂ ਉਹ ਅਨਐਬਜ਼ੋਰਬਡ ਬਣ ਜੂਗੀ। ਸਿੰਪਲ ਡੈਪਰੀਸੀਏਸ਼ਨ ਅਗਲੇ ਸਾਲ ਅਨਐਬਜ਼ੋਰਬਡ ਬਣ ਜੂਗੀ। ਅਨਐਬਜ਼ੋਰਬਡ ਡੈਪਰੀਸੀਏਸ਼ਨ ਨੂੰ ਜਦ ਮੈਂ ਅਗਲੇ ਸਾਲ ਦੇ ਪ੍ਰੋਫਿਟ 'ਚੋਂ ਮਾਈਨਸ ਕਰੂੰਗਾ ਤਾਂ ਅਗਲੇ ਸਾਲ ਦੇ ਪ੍ਰੋਫਿਟ 'ਚੋਂ ਪਹਿਲਾਂ ਮੈਨੂੰ ਉਹ ਅਗਲੇ ਸਾਲ ਦੀ ਉਹੀ ਡੈਪਰੀਸੀਏਸ਼ਨ ਮਾਈਨਸ ਕਰਨੀ ਪਊਗੀ, ਮਤਲਬ ਕਰੰਟ ਡੈਪਰੀਸੀਏਸ਼ਨ ਮਾਈਨਸ ਕਰਨੀ ਪਊਗੀ। ਆਰਡਰ ਆਫ ਪ੍ਰੈਫਰੈਂਸ ਹੈ, ਮਤਲਬ ਇਹ ਤਰਤੀਬ ਨਾਲ ਚੱਲਣਾ ਹੈ। ਫਿਰ ਸਾਨੂੰ ਉਹ ਅਗਲੇ ਸਾਲ ਦੇ ਪ੍ਰੋਫਿਟ 'ਚੋਂ ਪਹਿਲਾਂ ਉਹੀ ਸਾਲ ਦਾ ਕੈਪੀਟਲ ਐਕਸਪੈਂਡੀਚਰ ਜਾਂ ਕੋਈ ਸਾਇੰਟੀਫਿਕ ਰਿਸਰਚ ਤੇ ਹੋਇਆ ਹੋਵੇ ਉਹ ਮਾਈਨਸ ਕਰਨਾ ਪਊਗਾ। ਅਗਲੇ ਸਾਲ ਦੇ ਪ੍ਰੋਫਿਟ 'ਚੋਂ ਮੈਨੂੰ ਉਸ ਸਮੇਂ ਦਾ ਜੇ ਕੋਈ ਬਿਜ਼ਨਸ ਲੋਸ ਹੈ ਉਹ ਮਾਈਨਸ ਕਰਨਾ ਪਊਗਾ। ਫਿਰ ਉਸ ਤੋਂ ਬਾਅਦ ਮੈਨੂੰ ਜੇ ਪਿਛਲੇ ਸਾਲਾਂ ਦਾ ਕੋਈ ਬਿਜ਼ਨਸ ਲੋਸ ਹੈ, ਬਰਾਊਟ ਫੋਰਵਰਡ ਉਹ ਕਰੂੰਗਾ ਮੈਂ। ਫਿਰ ਮੈਂ ਬਰਾਊਟ ਫੋਰਵਰਡ ਕਰੂੰਗਾ ਪਿਛਲੇ ਸਾਲਾਂ ਦੀ ਕੋਈ ਅਨਐਬਜ਼ੋਰਬਡ ਡੈਪਰੀਸੀਏਸ਼ਨ ਹੈ। ਤਾਂ ਬੱਚੇ ਅਨਐਬਜ਼ੋਰਬਡ ਡੈਪਰੀਸੀਏਸ਼ਨ ਆਹ ਵਾਲੇ ਸੈਕਿੰਡ ਲਾਸਟ ਪੁਆਇੰਟ ਤੇ ਆਉਂਦੀ ਹੈ। ਜੇ ਅਨਐਬਜ਼ੋਰਬਡ ਡੈਪਰੀਸੀਏਸ਼ਨ ਪਾਉਣ ਤੋਂ ਬਾਅਦ ਜਿਹੜੀ ਪਿਛਲੇ ਸਾਲ ਦੀ ਹੈ ਪ੍ਰੋਫਿਟ ਕੋਈ ਬਚਿਆ ਤਾਂ ਉਹ ਪ੍ਰੋਫਿਟ ਚੋਂ ਪਿਛਲੇ ਸਾਲਾਂ ਦਾ ਕੈਪੀਟਲ ਐਕਸਪੈਂਡੀਚਰ ਬਰਾਊਟ ਫੋਰਵਰਡ ਕਰਕੇ ਲੈ ਕੇ ਆਇਆ, ਜਿਹੜਾ ਮੈਂ ਕੈਰੀ ਫੋਰਵਰਡ ਕਰਕੇ ਲੈ ਕੇ ਆਇਆ। ਪਿਛਲੇ ਸਾਲ ਜਿਹੜਾ ਖਰਚਾ ਨਹੀਂ ਪੂਰਾ ਹੋਇਆ ਉਹ ਅਗਲੇ ਸਾਲ ਲੈ ਕੇ ਆਊਂਗਾ। ਬਰਾਊਟ ਫੋਰਵਰਡ ਹੁੰਦਾ ਇਹਦਾ ਮਤਲਬ, ਉਹਨੂੰ ਮੈਂ ਖਰਚੇ ਨੂੰ ਪਾਊਂਗਾ। ਕੈਪੀਟਲ ਗੇਨ ਦਾ ਲੋਸ ਵਗੈਰਾ ਸਭ ਨੂੰ ਪਤਾ ਹੈ ਬੱਚੇ। ਕੈਪੀਟਲ ਗੇਨ ਦਾ ਜਿਹੜਾ ਲੋਸ ਹੈ ਉਹਨੂੰ ਤੁਸੀਂ 8 ਸਾਲ ਅੱਗੇ ਕੈਰੀ ਫੋਰਵਰਡ ਕਰ ਸਕਦੇ ਹੋ। ਸ਼ਾਰਟ ਟਰਮ ਨੂੰ, ਲੌਂਗ ਟਰਮ ਉਹ ਪਤਾ ਹੀ ਤੁਹਾਨੂੰ, 8 ਸਾਲ ਦੋਨਾਂ ਨੂੰ ਪੂਰਾ ਕਰ ਸਕਦੇ ਹੋ। ਜੇ ਕਿ ਤੁਹਾਨੂੰ ਅਦਰ ਸੋਰਸਸ ਤੋਂ ਕੋਈ ਨੁਕਸਾਨ ਹੋ ਗਿਆ, ਠੀਕ ਹੈ, ਘੋੜਿਆਂ ਦੀ ਰੇਸ ਜਾਂ ਕਿਸੇ ਵੀ ਤਰ੍ਹਾਂ ਦਾ, ਤਾਂ 4 ਸਾਲ ਤੁਸੀਂ ਇਹਨੂੰ ਬੱਚੇ ਕੈਰੀ ਫੋਰਵਰਡ ਕਰ ਸਕਦੇ ਹੋ ਅੱਗੇ, ਠੀਕ ਹੈ ਬੱਚੇ। ਤੇ